ਕਲਾਸ 10 ਦੇ ਸਾਰੇ ਪਿਆਰੇ ਸਟੂਡੈਂਟਸ ਦਾ ਇਸ ਪਿਆਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਉਮੀਦ ਹੈ ਕਿ ਤੁਹਾਡੀ ਸਾਇੰਸ ਦੀ ਤਿਆਰੀ ਬਹੁਤ ਵਧੀਆ ਚੱਲਦੀ ਪਈ ਹੋਏਗੀ। ਅਗਰ ਨਹੀਂ ਵੀ ਵਧੀਆ ਚੱਲਦੀ ਪਈ ਦੈਨ ਟੈਨਸ਼ਨ ਨਾ ਲਓ ਬਿਕੋਜ਼ ਹੁਣ ਤੁਹਾਡੀ ਤਿਆਰੀ ਜਿਹੜੀ ਆ ਬਹੁਤ ਵਧੀਆ ਹੋਣ ਵਾਲੀ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆ ਪੂਰੀ ਬਾਇਓਲੋਜੀ ਦਾ ਵਨ ਸ਼ਾਰਟ ਰਿਵੀਜ਼ਨ, ਜਿਹਦੇ ਵਿੱਚ ਤੁਹਾਨੂੰ ਮਿਲਣਗੇ ਜੀ ਇੰਪੋਰਟੈਂਟ ਕੁਐਸਚਨਸ, ਇੰਪੋਰਟੈਂਟ ਦੇ ਨਾਲ ਸਾਰੇ ਦੇ ਸਾਰੇ MCQs ਮਿਲਣਗੇ 2019 ਤੋਂ ਲੈ ਕੇ 2025 ਤੱਕ। ਠੀਕ ਹੈ, ਜਿੰਨੇ ਵੀ ਪ੍ਰੀਵੀਅਸ ਈਅਰ ਕੁਐਸਚਨਸ ਆਏ ਉਹ ਸਾਰੇ ਦੇ ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ। ਇੰਪੋਰਟੈਂਟ ਕੁਐਸਚਨ, ਰਿਪੀਟਡ ਕੁਐਸਚਨ, ਹਰ ਇੱਕ ਚੈਪਟਰ ਦੇ ਇੰਪੋਰਟੈਂਟ ਡੈਫੀਨੇਸ਼ਨ, ਸਾਰਾ ਕੁਝ ਇਸ ਵੀਡੀਓ ਦੇ ਵਿੱਚ ਮਿਲੂਗਾ। ਮਤਲਬ ਅਗਰ 1 ਘੰਟੇ ਦੀ ਆ ਵੀਡੀਓ ਦਾ ਪੂਰਾ ਸ਼ਾਰਟ ਦੇਖ ਲਿਆ, ਜਿੰਨੇ ਵੀ ਕੁਐਸਚਨ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਰੀਡ ਕਰ ਲਿਆ, ਉਹਨਾਂ ਨੂੰ ਸਮਝ ਲਿਆ ਐਂਡ ਦੈਨ ਉਹਨਾਂ ਦੀ ਤਿਆਰੀ ਕੀਤੀ, ਦੈਨ ਤੁਹਾਡਾ ਪੇਪਰ ਜਿਹੜਾ ਬਹੁਤ ਵਧੀਆ ਜਾਣ ਵਾਲਾ ਆ, ਮੇਰੀ ਗਾਰੰਟੀ ਹੈ। ਠੀਕ ਹੈ, ਇਸ ਤੋਂ ਬਾਅਦ ਜ਼ਿਆਦਾ ਕੁਝ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਇੰਨਾ ਕਰਕੇ ਚੱਲ ਜਾਓਗੇ, ਨੰਬਰ ਬਹੁਤ ਜ਼ਿਆਦਾ ਵਧੀਆ ਆ ਜਾਣਗੇ। ਰਾਜੇ ਹੋਰ ਸਾਨੂੰ ਪੇਪਰ 'ਚ ਵਧੀਆ ਮਾਰਕਸ ਲੈਣ ਲਈ ਕੀ ਚਾਹੀਦਾ ਹੁੰਦਾ ਵਾ? ਪ੍ਰੀਵੀਅਸ ਈਅਰ ਕੁਐਸਚਨਸ ਦੀ ਪ੍ਰੈਕਟਿਸ ਚਾਹੀਦੀ ਹੁੰਦੀ ਤੇ ਸਾਨੂੰ ਸਾਰੇ ਦੇ ਸਾਰੇ ਇੰਪੋਰਟੈਂਟ ਕੁਐਸਚਨ ਮਿਲ ਜਾਣ, ਉਹ ਚਾਹੀਦੇ ਹੁੰਦੇ ਆ। ਸੋ ਹੁਣ ਬਾਕੀ ਜ਼ਿੰਮੇਵਾਰੀ ਤੁਹਾਡੀ ਆ ਕਿ ਤੁਸੀਂ ਇਹਨਾਂ ਨੂੰ ਕਿੰਨੇ ਚੰਗੀ ਤਰ੍ਹਾਂ ਪੜ੍ਹਦੇ ਜੇ। ਠੀਕ ਹੈ, ਪਲੀਜ਼ ਇਹਨਾਂ ਨੂੰ ਸਹੀ ਤਰ੍ਹਾਂ ਪੜ੍ਹ ਲਿਓ, ਇਹਨਾਂ ਦੇ ਵਿੱਚੋਂ ਹੀ ਮੋਸਟਲੀ ਪੇਪਰ ਆਏਗਾ। ਠੀਕ ਹੈ ਨਾ। ਉਸ ਤੋਂ ਬਾਅਦ ਅਗਰ ਇਸ ਵੀਡੀਓ ਤੇ ਵਧੀਆ ਰਿਸਪੌਂਸ ਹੁੰਦਾ ਵਾ ਦੈਨ ਆਪਾਂ ਫਿਜ਼ਿਕਸ ਦਾ ਵਨ ਸ਼ਾਟ ਕਰਾਂਗੇ ਐਂਡ ਦੈਨ ਕੈਮਿਸਟਰੀ ਦਾ ਵਨ ਸ਼ਾਟ ਕਰਕੇ 2025 ਦਾ ਪ੍ਰੀਵੀਅਸ ਈਅਰ ਕੁਐਸਚਨ ਕਰਕੇ ਆਪਣੀ ਸਾਇੰਸ ਦੀ ਤਿਆਰੀ ਜਿਹੜੀ ਆ ਨੈਕਸਟ ਲੈਵਲ ਤੱਕ ਦੀ ਕਰਾਂਗੇ। ਬਸ ਵੀਡੀਓ ਤੇ ਥੋੜਾ ਵਧੀਆ ਰਿਸਪੌਂਸ ਮਿਲੇ। ਸੋ ਅਗਰ ਕਿਸੇ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੈਨ ਜ਼ਰੂਰ ਕਰ ਲਿਓ ਬਿਕੋਜ਼ ਅੱਗੇ ਆਉਣ ਵਾਲਾ ਕੋਈ ਵੀ ਵਨ ਸ਼ਾਟ ਜਿਹੜਾ ਬਹੁਤ ਜ਼ਰੂਰੀ ਆ ਉਹ ਮਿਸ ਨਾ ਹੋ ਪਾਏ। ਐਂਡ ਦੈਨ ਅਗਰ ਤੁਹਾਨੂੰ ਆ ਸਾਇੰਸ ਦੀ ਵੀਡੀਓ ਵਧੀਆ ਲੱਗੀ ਤਾਂ ਦੱਸ ਦਿਓ ਕਮੈਂਟ ਬਾਕਸ ਦੇ ਵਿੱਚ। ਆਪਾਂ ਮੈਥ ਦੇ ਵੀ ਇੰਪੋਰਟੈਂਟ ਕੁਐਸਚਨ, ਪ੍ਰੀਵੀਅਸ ਈਅਰ ਕੁਐਸਚਨ ਕਰਾਂਗੇ ਸੋ ਡੈਟ ਜਿਹੜਾ ਮੈਥ ਦਾ ਪੇਪਰ ਆ ਉਹੀ ਡਿਫਿਕਲਟ ਰਹਿ ਗਿਆ ਵਾ ਤੇ ਉਹਦੀ ਵੀ ਤਿਆਰੀ ਜਿਹੜੀ ਵਧੀਆ ਤਰੀਕੇ ਦੇ ਨਾਲ ਕਰ ਸਕੀਏ। ਸੋ ਥੈਂਕ ਯੂ ਸੋ ਮਚ ਰਾਜੇ, ਦੇਖ ਕੇ ਜ਼ਰੂਰ ਦੱਸਿਓ ਕਿਸ ਤਰ੍ਹਾਂ ਦਾ ਸੀਗਾ। ਅਗਰ ਕੋਈ ਕਮੀ ਆ ਤਾਂ ਉਹ ਵੀ ਦੱਸ ਦਿਓ। ਕਰਦੇ ਹਾਂ ਆਪਣੇ ਚੈਪਟਰ ਨੰਬਰ 5 ਦਾ, ਆਪਣੀ ਬਾਇਓ ਦਾ ਫਸਟ ਚੈਪਟਰ ਆ ਤੇ ਜਿਸ ਦਾ ਨਾਮ ਆ ਜੀ ਲਾਈਫ ਪ੍ਰੋਸੈਸਿਸ। ਚੈਪਟਰਸ ਦਾ ਨਾਮ ਆ ਤੇ ਇੰਪੋਰਟੈਂਟ ਡੈਫੀਨੇਸ਼ਨਸ ਦੇਖ ਲੈਣੇ ਸਭ ਤੋਂ ਪਹਿਲਾਂ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਸਕਦੀ ਹਾਂ। ਤੇ ਸਮ ਇੰਪੋਰਟੈਂਟ ਡੈਫੀਨੇਸ਼ਨ, ਸਭ ਤੋਂ ਪਹਿਲਾਂ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਇਟ ਇਜ਼ ਦਾ ਪ੍ਰੋਸੈਸ ਬਾਈ ਵਿਚ ਲਿਵਿੰਗ ਆਰਗੈਨਿਜ਼ਮ ਟੇਕ ਅਪ ਨਿਊਟ੍ਰੀਐਂਟਸ, ਜਦੋਂ ਨਿਊਟ੍ਰੀਐਂਟਸ ਲੈਂਦੇ ਆ ਫਰੋਮ ਦ ਇਨਵਾਇਰਮੈਂਟ ਤੋਂ ਲੈਂਦੇ ਆ ਐਂਡ ਯੂਜ਼ ਦੈਮ ਫॉर ਦ ਡਿਵਲਪਮੈਂਟ ਆਫ ਸੈਲਸ, ਤੇ ਸੈਲਸ ਦੀ ਡਿਵਲਪਮੈਂਟ ਦੇ ਵਿੱਚ ਯੂਜ਼ ਕਰਦੇ ਆ ਐਂਡ ਟਿਸ਼ੂਜ਼ ਦੀ ਤੇ એનર્ਜੀ ਵਾਸਤੇ ਯੂਜ਼ ਕਰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਨਿਊਟ੍ਰੀਸ਼ਨ। ਉਸ ਤੋਂ ਬਾਅਦ ਆਟੋਟ੍ਰੋਫਸ, ਈਜ਼ੀ ਭਾਸ਼ਾ 'ਚ ਦੱਸ ਦਿੰਦੀ ਆ, ਉਹ ਜਿਹੜੇ ਆਪਣਾ ਖਾਣਾ ਖੁਦ ਬਣਾ ਸਕਦੇ ਆ ਪਲਾਂਟਸ, ਤੇ ਹੈਟਰੋਟ੍ਰੋਪਸ ਜਿਹੜੇ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ। The organism which synthesis their food from a simple substance like carbon dioxide, water, minerals with own chlorophyll ਦੇ ਨਾਲ ਖੁਦ ਬਣਾਉਂਦੇ ਆ in the presence of sunlight, ਉਹਨਾਂ ਨੂੰ ਆਪਾਂ ਕਹਿੰਦੇ autotrophs ਮਤਲਬ plants। ਦੂਸਰੀ ਗੱਲ heterotrophs, the organism which cannot synthesis their own food, they depend on autotroph for their food ਸਪਲਾਈ ਡਾਇਰੈਕਟਲੀ ਔਰ ਇਨਡਾਇਰੈਕਟਲੀ, ਜਿਹੜਾ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ, ਹਮੇਸ਼ਾ ਦੂਸਰਿਆਂ 'ਤੇ ਡਿਪੈਂਡ ਰਹਿੰਦੇ, ਫੋਰ ਐਗਜ਼ਾਮਪਲ ਹਿਊਮਨਸ। ਠੀਕ ਹੈ, ਉਸ ਤੋਂ ਬਾਅਦ ਆ ਜਾਊਗਾ ਸੈਪਰੋਫਾਈਟ। ਸੈਪਰੋਫਾਈਟਸ ਕੌਣ ਹੁੰਦੇ ਨੇ? ਤੇ ਲਿਵਿੰਗ ਆਰਗੈਨਿਜ਼ਮ ਡੈਟ ਫੀਡ ਔਨ ਡੈਡ ਐਂਡ ਡਿਕੇਇੰਗ ਆਰਗੈਨਿਕ ਮੈਟਰ ਫॉर देयर ਨਿਊਟ੍ਰੀਸ਼ਨਲ ਰਿਕੁਆਇਰਮੈਂਟਸ ਆਰ ਕਾਲਡ ਸੈਪਰੋਫਾਈਟਸ। ਉਸ ਤੋਂ ਬਾਅਦ ਹਰਬੀਵੋਰਸ, ਜਿਹੜੇ ਆਪਣੇ ਕੋ ਪਲਾਂਟਸ ਈਟ ਕਰਦੇ ਨੇ ਜਾਂ ਪਲਾਂਟ ਦੇ ਪ੍ਰੋਡਕਟ ਖਾਂਦੇ ਨੇ, ਹਰਬੀਵੋਰਸ ਆ ਗਏ। ਕਾਰਨੀਵੋਰਸ, ਜਿਹੜੇ ਫਲੈਸ਼ ਖਾਂਦੇ ਨੇ ਦੂਸਰੇ ਆਰਗੈਨਿਜ਼ਮਸ ਦੀਆਂ। ਓਮਨੀਵੋਰਸ ਵਿਚ ਫੀਡ ਔਨ ਪਲਾਂਟਸ ਵੀ ਖਾ ਲੈਂਦੇ ਨੇ ਐਜ਼ ਵੈਲ ਐਜ਼ ਆਰਗੈਨਿਜ਼ਮਸ ਨੂੰ ਵੀ ਖਾ ਲੈਂਦੇ ਨੇ ਓਮਨੀਵੋਰਸ। ਡਾਈਜੈਸ਼ਨ, ਦ ਪ੍ਰੋਸੈਸ ਆਫ ਬ੍ਰੇਕਡਾਊਨ ਆਫ ਕੰਪਲੈਕਸ ਫੂਡ ਮਟੀਰੀਅਲ, ਸਿੰਪਲ ਜੇ ਟੁੱਟਦਾ ਹੈ। ਠੀਕ ਹੈ, ਉਹਨੂੰ ਆਪਾਂ ਕਹਿੰਦੇ ਡਾਈਜੈਸ਼ਨ। ਫੋਟੋਸਿੰਥੀਸਿਸ, ਆਟੋਟ੍ਰੋਪਸ ਮਤਲਬ ਪਲਾਂਟਸ ਆਪਣਾ ਖਾਣਾ ਬਣਾਉਂਦੇ ਆ ਕਾਰਬਨ ਡਾਈਆਕਸਾਈਡ ਦੇ ਨਾਲ, ਪਾਣੀ ਦੇ ਨਾਲ ਐਂਡ ਇਨ ਦ ਪ੍ਰੈਜ਼ੈਂਸ ਆਫ ਕਲੋਰੋਫਿਲ ਤੇ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ, ਉਹਨੂੰ ਆਪਾਂ ਕਹਿੰਦੇ ਫੋਟੋਸਿੰਥੀਸਿਸ। ਰੈਸਪੀਰੇਸ਼ਨ, process of oxidation of carbohydrates in the cells to release energy, ਜਿਹਨਾਂ એનર્ਜੀ ਰਿਲੀਜ਼ ਹੁੰਦੀ ਆ ਡੈਟ ਇਜ਼ ਯੂਜ਼ਡ ਬਾਈ ਦਾ ਸੈਲ ਫॉर ਡਿਫਰੈਂਟ ਪਰਪਸਿਸ, ਜਿਹੜੀ ਆਪਾਂ ਬੜੇ ਸਾਰੇ ਹੋਰ ਕੰਮਾਂ 'ਚ ਲਗਾਉਂਦੇ ਹਾਂ। ਉਸ ਤੋਂ ਬਾਅਦ ਐਰੋਬਿਕ ਰੈਸਪੀਰੇਸ਼ਨ, ਜਿਹਦੇ ਵਿੱਚ ਸਾਨੂੰ ਆਕਸੀਜਨ ਦੀ ਪ੍ਰੈਜ਼ੈਂਸ ਚਾਹੀਦੀ ਹੁੰਦੀ ਹੈ, ਐਰੋਬਿਕ ਆ ਜਾਵੇ। ਤੇ ਐਨਐਰੋਬਿਕ ਰੈਸਪੀਰੇਸ਼ਨ, ਆਕਸੀਜਨ ਦੀ ਪ੍ਰੈਜ਼ੈਂਸ ਨਹੀਂ ਚਾਹੀਦੀ ਹੁੰਦੀ, ਆਕਸੀਜਨ ਦੀ ਐਬਸੈਂਸ ਚਾਹੀਦੀ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਆ ਜਾਏਗਾ ਆਪਣੇ ਤੋਂ ਸਟੋਮੇਟਾ। ਸਟੋਮੇਟਾ ਟਾਈਨੀ ਪੋਰਸ ਹੁੰਦੇ ਆ ਜਿਹੜੇ ਲੀਵਸ ਦੇ ਉੱਤੇ ਪ੍ਰੈਜ਼ੈਂਟ ਹੁੰਦੇ ਆ, ਜਿਹਦੇ ਨਾਲ ਆਪਾਂ ਗੈਸ ਨੂੰ ਐਕਸਚੇਂਜ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਬਰੀਥਿੰਗ ਆ ਜੂਗੀ, ਦ ਪ੍ਰੋਸੈਸ ਆਫ ਟੇਕਿੰਗ ਏਅਰ ਇਨਟੂ ਐਂਡ ਐਕਸਪੈਲਿੰਗ ਇਟ ਫਰੋਮ ਦ ਲੰਗਸ, ਹਵਾ ਨੂੰ ਆਰ ਪਾਰ ਲੈਣਾ ਮਤਲਬ ਸਾਹ ਲੈਣੇ ਨੂੰ ਬ੍ਰੈਥਿੰਗ ਕਹਿੰਦੇ ਆ, ਬਰੀਥਿੰਗ।
ਇੰਸਪਾਇਰੇਸ਼ਨ ਆ ਚੁੱਕੀ ਦਾ ਇਨਟੇਕ ਆਫ ਆਕਸੀਜਨ ਨੂੰ ਲੈਣ ਨੂੰ ਕਹਿੰਦੇ। ਐਕਸਪਾਇਰੇਸ਼ਨ ਦਾ ਪ੍ਰੋਸੈਸ ਆਫ ਐਕਸਪੈਲਿੰਗ, ਤੇ ਜਦੋਂ ਆਪਾਂ ਕਾਰਬਨ ਡਾਈਆਕਸਾਈਡ ਨੂੰ ਆਪਣੀ ਲੰਗਸ ਤੋਂ ਬਾਹਰ ਨਿਕਾਲਦੇ ਹਾਂ ਉਹਨੂੰ ਕਹਿੰਦੇ ਐਕਸਪਾਇਰੇਸ਼ਨ। ਉਸ ਤੋਂ ਬਾਅਦ ਆ ਜੂਗੀ ਟਰਾਂਸਪੀਰੇਸ਼ਨ, ਜਦੋਂ ਜਿਹੜੇ ਆ ਦਾ ਲੋਸ ਆਫ ਵਾਟਰ, ਪਾਣੀ ਦਾ ਲੋਸ ਹੁੰਦਾ ਵਾ ਇਨ ਦਾ ਫਾਰਮ ਆਫ ਵੇਪਰ ਫਰੋਮ ਦਾ ਏਰੀਅਲ ਪਾਰਟਸ ਆਫ ਦਾ ਪਲਾਂਟ ਦੇ ਵਿੱਚ, ਉਹਨੂੰ ਕਹਿੰਦੇ ਟਰਾਂਸਪੀਰੇਸ਼ਨ। ਉਸ ਤੋਂ ਬਾਅਦ ਆ ਜੂਗਾ ਜ਼ਾਈਲਮ ਕੀ ਹੁੰਦਾ ਵਾ, ਕੰਟੀਨਿਊਸ ਸਿਸਟਮ ਆਫ ਵਾਟਰ ਕੰਡਕਟਿੰਗ ਚੈਨਲਸ ਰੀਚਿੰਗ ਆਲ ਪਾਰਟਸ ਆਫ ਦਾ ਪਲਾਂਟ, ਪਾਣੀ ਜਿਹੜਾ ਸਾਰੇ ਪਾਰਟਸ ਤੱਕ ਪਹੁੰਚਾਉਂਦਾ ਵਾ ਜ਼ਾਈਲਮ। ਉਸ ਤੋਂ ਬਾਅਦ ਆ ਜਾਏਗਾ ਫਲੋਇਮ, ਦਾ ਸਿਸਟਮ ਟਰਾਂਸਪੋਰਟਿੰਗ ਪ੍ਰੋਡਕਟਸ ਆਫ ਫੋਟੋਸਿੰਥੇਸਿਸ ਫਰੋਮ ਦ ਲੀਵਸ ਵੇਅਰ ਦੇਅਰ, ਜਿਹੜਾ ਆਪਣੇ ਕੋਲ ਫੂਡ ਨੂੰ ਸਾਰੇ ਪਾਸੇ ਪਹੁੰਚਾਉਂਦਾ ਵਾ, ਉਹਨੂੰ ਲੀਵਸ ਤੋਂ ਲੈ ਕੇ ਹਰ ਇੱਕ ਪਾਰਟ ਤੱਕ, ਪਲਾਂਟ ਦੇ ਹਰ ਪਾਰਟ ਤੱਕ ਉਹ ਕੀ ਕਰਦਾ, ਫਲੋਇਮ ਉਹਦਾ ਕੰਮ ਕਰਦਾ। ਆਰਟਰੀ ਕੀ ਹੁੰਦੀ ਆ, ਦਾ ਬਲੱਡ ਵੈਸਲ ਵਿੱਚ ਕੈਰੀ ਦਾ ਆਕਸੀਜਨੇਟਡ ਬਲੱਡ ਨੂੰ ਕੈਰੀ ਕਰਦੀ ਆ ਟੂ ਵੇਰੀਅਸ ਪਾਰਟਸ ਆਫ ਦਾ ਪਲਾਂਟ ਤੱਕ, ਉਹਨੂੰ ਕਹਿੰਦੇ ਆਰਟਰੀਜ਼। ਤੇ ਉਸ ਤੋਂ ਬਾਅਦ ਆ ਜੂਗਾ ਵੀਨਸ ਆ ਜੂਗੀ, ਦਾ ਆਰਟਰੀ ਆਕਸੀਜਨੇਟਡ, ਜਿਹੜੀ ਵੀਨਸ ਹੁੰਦੀ ਆ ਉਹ ਡੀਆਕਸੀਜਨੇਟਡ ਬਲੱਡ ਨੂੰ ਕੈਰੀ ਕਰਦੀ ਆ। ਡਾਇਲਾਈਸਿਸ ਕੀ ਹੁੰਦੀ ਆ, ਰਿਮੂਵਿੰਗ ਵੇਸਟ ਨੂੰ ਰਿਮੂਵ ਕਰਦੀ ਹੈ, ਐਂਡ ਐਕਸੈਸ ਵਾਟਰ ਬਲੱਡ ਦੇ ਵਿੱਚੋਂ ਬਾਏ ਆਰਟੀਫਿਸ਼ੀਅਲ ਰਿਪਲੇਸਮੈਂਟ ਆਫ ਕਿਡਨੀ, ਜਦੋਂ ਕਿਸੇ ਦੀ ਕਿਡਨੀ ਫੇਲ ਹੋ ਜਾਂਦੀ ਆ ਦੈਨ ਉਹ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਦੂਸਰੀ ਮਤਲਬ ਕਿਡਨੀ ਦੀ ਥਾਂ 'ਤੇ ਇੱਕ ਚੀਜ਼ ਲਵਾਉਂਦਾ ਵਾ, ਡਾਇਲਾਈਸਿਸ ਕਰਵਾਉਂਦਾ ਵਾ, ਜਿਹੜੀ ਕਿਡਨੀ ਦਾ ਕੰਮ ਕਰਦੀ ਹੈ ਮਤਲਬ ਆਪਣੇ ਅੰਦਰੋਂ ਵੇਸਟ ਮਟੀਰੀਅਲ ਨੂੰ ਰਿਮੂਵ ਕਰਨ ਦਾ। ਲਿੰਬ ਕੀ ਹੁੰਦੀ ਆ, ਇਟ ਇਜ਼ ਅ ਕਲਰਲੈਸ ਟੂ ਵਾਈਟ ਲਿਕੁਇਡ ਕੰਟੇਨਿੰਗ ਵਾਈਟ ਬਲੱਡ ਸੈਲਸ, ਜਿਹੜੇ ਵਾਈਟ ਬਲੱਡ ਸੈਲ ਬੈਕਟੀਰੀਆ 'ਤੇ ਅਟੈਕ ਕਰਦੇ ਆ ਐਂਡ ਹੈਲਪ ਇਨ ਪ੍ਰੀਵੈਂਟਿੰਗ ਇਨਫੈਕਸ਼ਨਸ ਨੂੰ ਪ੍ਰੀਵੈਂਟ ਕਰਨ 'ਚ ਮਦਦ ਕਰਦੇ ਆ। ਐਕਸਕ੍ਰੀਸ਼ਨ ਪ੍ਰੋਸੈਸ ਬਾਈ ਵਿਚ ਵੇਸਟ ਪ੍ਰੋਡਕਟਸ ਜਿਹੜੇ ਆ ਬਾਹਰ ਨਿਕਲਦੇ ਆ। ਨੈਫਰੋਨਸ, ਦਾ ਬੇਸਿਕ ਫੰਕਸ਼ਨਲ ਯੂਨਿਟ ਆਫ ਕਿਡਨੀ ਇਜ਼ ਕਾਲਡ ਨੈਫਰੋਨ। ਉਸ ਤੋਂ ਬਾਅਦ ਆ ਜੂਗੀ ਮਲਟੀਪਲ ਚੋਇਸ ਕੁਐਸਚਨਸ ਨੂੰ ਕਰਨੇ ਆ, ਠੀਕ ਹੈ। ਆਹ ਸਾਰੇ ਦੇ ਸਾਰੇ ਕੁਐਸਚਨਸ ਬਹੁਤ ਜ਼ਰੂਰੀ ਆ। ਫਸਟ ਆਫ ਆਲ ਆਹ ਕੁਐਸਚਨ 2 ਵਾਰੀ ਆਇਆ ਵਾ, 2020 'ਚ ਵੀ ਆਇਆ ਵਾ, 2024 'ਚ ਵੀ ਆਇਆ ਵਾ। ਦ ਕਿਡਨੀ ਇਨ ਹਿਊਮਨ ਬੀਂਗਸ ਆਰ ਅ ਪਾਰਟ ਆਫ ਕਿਹੜੇ ਸਿਸਟਮ ਦਾ ਪਾਰਟ ਹੈ, ਐਕਸਕ੍ਰੀਸ਼ਨ, ਬਿਕੋਜ਼ ਆਫ ਵੇਸਟ ਨੂੰ ਰਿਮੂਵ ਕਰਦਾ ਵਾ। ਆ ਵੀ ਕੁਐਸਚਨ 2023 ਦੇ ਵਿੱਚ ਆਇਆ ਵਾ। ਦ ਜ਼ਾਈਲਮ ਇਨ ਅ ਪਲਾਂਟ ਇਜ਼ ਰਿਸਪੋਂਸੀਬਲ ਫॉर ਟਰਾਂਸਪੋਰਟ ਆਫ ਵਾਟਰ। ਆਟੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ 2020 ਦੇ ਵਿੱਚ ਆਇਆ, ਆ ਵੀ ਜ਼ਰੂਰੀ ਆ। ਆਟੋਟ੍ਰੋਫਿਕ ਮੋਡ ਮਤਲਬ ਕਾਰਬਨ ਡਾਈਆਕਸਾਈਡ, ਵਾਟਰ ਵੀ ਚਾਹੀਦਾ, ਕਲੋਰੋਫਿਲ ਵੀ ਚਾਹੀਦੀ ਹੈ, ਸਨਲਾਈਟ ਵੀ ਚਾਹੀਦੀ ਹੈ, ਸੋ ਡੈਟਸ ਵਾਈ ਆਲ ਆਫ ਦਾ ਅਬਵ ਆ ਜੂਗਾ। ਉਸ ਤੋਂ ਬਾਅਦ ਆ ਗਿਆ 2020 ਦੇ ਵਿੱਚ ਆਇਆ ਵਾ, ਜ਼ਰੂਰੀ ਕੁਐਸਚਨ ਆ। ਦ ਬ੍ਰੇਕਡਾਊਨ ਆਫ ਪਾਇਰੂਵੇਟ ਟੂ ਗਿਵ ਕਾਰਬਨ ਡਾਈਆਕਸਾਈਡ ਕਿੱਥੇ ਟੇਕ ਪਲੇਸ ਲੈਂਦੀ ਆ, ਮਾਈਟੋਕੌਂਡਰੀਆ। ਉਸ ਤੋਂ ਬਾਅਦ ਆ ਵੀ ਜਿਹੜਾ ਜ਼ਰੂਰੀ ਆ 2024 ਦੇ ਵਿੱਚ ਆਇਆ ਵਾ। ਨਿਊਟ੍ਰੀਸ਼ਨ ਜੋ ਗ੍ਰੀਨ ਪਲਾਂਟ 'ਚ ਕਿਹਦੇ ਹੁੰਦਾ ਵਾ, ਆਟੋਟ੍ਰੋਫਿਕ ਨਿਊਟ੍ਰੀਸ਼ਨ ਦੇ ਟਾਈਪ 'ਚ ਹੁੰਦਾ ਵਾ। 2025 ਚ ਲਾਸਟ ਈਅਰ ਆਇਆ ਵਾ, ਸੋ ਇੰਪੋਰਟੈਂਟ ਕੁਐਸਚਨ ਆ। ਵਟ ਇਜ਼ ਫਿਲਟਰੇਸ਼ਨ ਯੂਨਿਟ ਆਫ ਕਿਡਨੀ, ਨੈਫਰੋਨ ਆਪਾਂ ਦੀ ਡੈਫੀਨੇਸ਼ਨ ਵੀ ਪੜ੍ਹੀ ਆ। ਦਾ ਆ ਵੀ ਲਾਸਟ ਈਅਰ ਆਇਆ ਵਾ, ਕੁਐਸਚਨ ਨੰਬਰ 7 ਇਜ਼ ਆਲਸੋ ਇੰਪੋਰਟੈਂਟ। ਵੇਅਰ ਡੂ ਐਕਸਚੇਂਜ ਆਫ ਗੈਸ ਟੇਕ ਪਲੇਸ ਇਨ ਲੰਗਸ ਦੇ ਵਿੱਚ ਕਿੱਥੇ ਲੈਂਦੀ ਹੈ, ਐਲਵੀਓਲੀ। ਉਸ ਤੋਂ ਬਾਅਦ ਆ ਵੀ 2025 ਲਾਸਟ ਈਅਰ ਦੇ ਵਿੱਚ ਰਿਪੀਟ ਹੋਇਆ ਵਾ। ਸਲੈਵਰੀ ਗਲੈਂਡਸ ਕੰਟੇਨ ਵਿਚ ਟਾਈਪ ਆਫ ਇੰਜ਼ਾਈਮ, ਕਿਸ ਤਰ੍ਹਾਂ ਦਾ ਇੰਜ਼ਾਈਮ, ਅਮਾਈਲੇਸ। ਸਲਾਈਵਰੀ ਗਲੈਂਡਸ ਅਮਾਈਲੇਸ ਦਾ ਇੰਜ਼ਾਈਮ। 2024-25 ਦੇ ਵਿੱਚ ਆਇਆ ਸੀਗਾ। ਫੁੱਲ ਫਾਰਮ ਆਫ ATP ਦੀ ਫੁੱਲ ਫਾਰਮ ਐਡੀਨੋਸਾਈਨ ਟ੍ਰਾਈਫੋਸਫੇਟ। ਉਸ ਤੋਂ ਬਾਅਦ 2024-25 ਦੇ ਵਿੱਚ ਰਿਪੀਟ ਹੋਇਆ ਵਾ। ਵਟ ਹੈਪਨਸ ਵੈਨ ਵਾਟਰ ਇਜ਼ ਰਿਲੀਜ਼ ਫਰਮ ਗਾਰਡ ਸੈਲਸ, ਕੀ ਹੁੰਦਾ ਵਾ, ਗਾਰਡ ਸੈਲ ਗੈਟ ਕਲੋਜ਼, ਗਾਰਡ ਸੈਲਸ ਬੰਦ ਹੋ ਜਾਂਦੇ ਆ। 2024-25 ਦੇ ਵਿੱਚ ਰਿਪੀਟ ਹੋਇਆ, ਸੋ ਇੰਪੋਰਟੈਂਟ ਵਨ। ਸਿਲੈਕਟ ਦ ਮੋਡ ਆਫ ਐਕਸਕ੍ਰੀਸ਼ਨ ਇਨ ਪਲਾਂਟਸ, ਪਲਾਂਟ ਕਿਸ ਤਰ੍ਹਾਂ ਐਕਸਕ੍ਰੀਸ਼ਨ ਕਰਦੇ, ਡੈਡ ਲੀਵਸ, ਟਰਾਂਸਪੀਰੇਸ਼ਨ ਵੀ ਹੁੰਦੀ ਹੈ, ਆਲ ਆਫ ਦਾ ਅਬਵ ਆ ਜਾਏਗਾ। ਪਲਾਂਟਸ ਇਨ ਰੈਸਪੀਰੇਸ਼ਨ ਕੀ ਰਿਲੀਜ਼ ਕਰਦੀ ਹੈ ਆਪਣੇ ਕੋ, ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰਦੀ ਹੈ। ਐਂਡ ਅਰੋਬਿਕ ਰੈਸਪੀਰੇਸ਼ਨ ਕੀ ਪ੍ਰੋਡਿਊਸ ਕਰਦੀ, ਲੈਕਟਿਕ ਐਸਿਡ, ਕਿੱਚ ਪ੍ਰੋਡਿਊਸ ਕਰਦੀ ਆ, ਮਸਕੂਲਰ ਸੈਲ 'ਚ ਕਰਦੀ ਹੈ, ਜਿਹਦੇ ਨਾਲ ਤੁਹਾਨੂੰ ਖੱਲੀਆਂ ਫੀਲ ਹੁੰਦੀਆਂ ਮਸਕੂਲਰ ਸੈਲਸ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਆ ਜਾਏਗੀ ਦ ਗੈਸ ਰਿਕਵਾਇਰਡ ਫॉर ਫੋਟੋਸਿੰਥੇਸਿਸ, ਵਾਸਤੇ ਸਾਨੂੰ ਕਿਹੜੀ ਗੈਸ ਚਾਹੀਦੀ ਆ, ਕਾਰਬਨ ਡਾਈਆਕਸਾਈਡ ਚਾਹੀਦੀ ਆ। ਵਟ ਇਜ਼ ਦ ਰੈਸਪੀਰੇਟਰੀ ਪਿਗਮੈਂਟ ਇਨ ਹਿਊਮਨਸ, ਦਾ ਪਲਾਂਟ 'ਚ ਕਲੋਰੋਫਿਲ ਹੁੰਦੀ ਆ। ਉਸ ਤਰ੍ਹਾਂ ਹਿਊਮਨ 'ਚ ਆਪਣੇ ਕੋਲ ਕਿਹੜਾ ਹੁੰਦਾ ਵਾ, ਹੀਮੋਗਲੋਬਿਨ ਹੁੰਦੀ ਹੈ। ਹਾਊ ਮੈਨੀ ਚੈਂਬਰਸ ਆਰ ਦੇਅਰ ਇਨ ਦਾ ਹਾਰਟ ਆਫ ਫਿਸ਼ ਦੀ ਹਾਰਟ 'ਚ ਕਿਹੜੇ ਚੈਂਬਰਸ ਹੁੰਦੇ ਆ, 2। ਉਸ ਤੋਂ ਬਾਅਦ ਰਿਮੂਵਲ ਆਫ ਮੈਟਾਬੋਲਿਕ ਵੇਸਟ ਸਬਸਟੈਂਸ ਫਰੋਮ ਦਾ ਬੋਡੀ ਇਜ਼ ਕੋਲਡ, ਜਦੋਂ ਵੇਸਟ ਸਬਸਟੈਂਸ ਜਾਣੇ ਆ ਐਕਸਕ੍ਰੀਸ਼ਨ ਕਹਿੰਦੇ ਆ। ਹਿਊਮਨ ਹੈਵ ਕਿੰਨੀਆਂ ਕਿਡਨੀਆਂ ਹੁੰਦੀਆਂ ਤਾਂ ਪਤਾ ਹੀ ਹੈ ਕਿ 2 ਕਿਡਨੀਸ ਹੁੰਦੀਆਂ ਹਿਊਮਨਸ ਦੀਆਂ। ਵਿਚ ਵਨ ਆਫ ਦ ਫੋਲੋਇੰਗ ਇੰਜ਼ਾਈਮ ਇਜ਼ ਫਾਊਂਡ ਇਨ ਪੈਨਕ੍ਰੀਏਟਿਕ ਯੂਜ਼, 'ਚ ਕਿਹੜਾ ਇੰਜ਼ਾਈਮ ਆਪਾਂ ਨੂੰ ਮਿਲਦਾ ਵਾ, ਟ੍ਰਿਪਸਿਨ। ਵਟ ਇਜ਼ ਦ ਵੋਲਿਊਮ ਆਫ ਯੂਰਾਈਨ ਐਕਸਕ੍ਰੀਟਡ ਇਨ ਅ ਡੇ ਇਨ ਹਿਊਮਨ ਇਨ ਲੀਟਰਸ, 1 ਤੋਂ 2 ਲੀਟਰ। ਵੇਅਰ ਇਜ਼ ਦ ਕਿਡਨੀ ਫਾਊਂਡ ਇਨ ਦ ਹਿਊਮਨ ਬੋਡੀ, ਕਿਡਨੀ ਕਿੱਥੇ ਮਿਲਦੀ ਹੈ, ਇਨ ਐਬਡੋਮਨ ਦੇ ਵਿੱਚ। ਟਾਈਪ ਆਫ ਨਿਊਟ੍ਰੀਸ਼ਨ ਇਨ ਐਂਬਰ ਬੈਲ ਦੇ ਵਿੱਚ ਕਿਹੜਾ ਨਿਊਟ੍ਰੀਸ਼ਨ ਆ, ਪੈਰਾਸੀਟਿਜ਼ਮ। ਦ ਲਾਰਜੈਸਟ ਗਲੈਂਡ ਇਨ ਹਿਊਮਨ ਡਾਈਜੈਸ਼ਨ ਦੇ ਵਿੱਚ ਲਾਰਜੈਸਟ ਗਲੈਂਡ ਕਿਹੜੀ ਹੈ, ਲੀਵਰ।
Water and mineral absorbed from the soil are essential for plant. In which tissue does they flow upward? आ जाऊगा अपने तो xylem. water ਦੀ ਗੱਲ ਆਊਗੀ तो xylem ਹੀ ਆਏਗਾ ਤੇ ਅਗਰ food ਦੀ ਗੱਲ ਹੁੰਦੀ ਆ then ਉਹ ਆ ਜਾਏਗਾ ਆਪਣੇ ਤੋਂ phloem. In our body how many chambers are there? in the heart 4 chambers ਹੁੰਦੇ ਆ ਆਪਣੇ ਤੋਂ ਤੇ fish ਕੋ 2. in which cells organelle is chlorophyll ਕਿੱਥੇ found ਹੁੰਦੀ ਹੈ? chloroplast. The passage of food from the stomach to the small intestine ਕੌਣ control ਕਰਦਾ ਵਾ? ਆਵਲਾ. Pyloric sphincter. Which one of the following enzymes are found in pancreatic use ਦੇ ਵਿੱਚ ਕਿਹੜਾ ਵਾ? trypsin and lipase. ਠੀਕ ਹੈ, ਦੋ ਵਾਰੀ ਰਿਪੀਟ ਹੋਇਆ, ਪਿਛਲੀ ਵਾਰੀ ਹੁਣੇ ਪੜਿਆ ਸੀਗਾ trypsin and lipase. What is the process of converting light into chemical energy? photosynthesis. because light ਦੇ ਨਾਲ ਖਾਣਾ ਬਣ ਜਾਂਦਾ ਵਾ. in the process of aerobic complex molecule convert ਕਿਚ ਹੁੰਦੇ ਆ? in the presence of oxygen. ਇਹ 'ਚ ਮੇਨ ਇਹੀ ਦੱਸਿਆ ਕਿ ਆਕਸੀਜਨ ਦੀ ਪ੍ਰੈਜ਼ੈਂਸ ਚਾਹੀਦੀ ਆ ਐਰੋਬਿਕ ਰੈਸਪੀਰੇਸ਼ਨ ਦੇ ਵਿੱਚ. ਦ ਫੰਕਸ਼ਨ ਆਫ ਹੀਮੋਗਲੋਬਿਨ ਦਾ ਕੀ ਫੰਕਸ਼ਨ ਆ? ਆਕਸੀਜਨ ਨੂੰ ਬੋਡੀ ਤੱਕ ਪਹੁੰਚਾਉਣਾ. ਹੀਮੋਗਲੋਬਿਨ ਮਤਲਬ ਖੂਨ, ਖੂਨ ਦਾ ਕੀ ਕੰਮ ਹੁੰਦਾ? ਆਕਸੀਜਨ ਦੇਣਾ ਬੋਡੀ ਨੂੰ, ਠੀਕ ਹੈ। ਉਸ ਤੋਂ ਬਾਅਦ ਆ ਜਾਏਗਾ ਵਿਚ ਆਫ ਦ ਫੋਲੋਇੰਗ ਇਜ਼ ਯੂਜ਼ਡ ਅਸੈਂਸ਼ੀਅਲ ਫॉर ਪ੍ਰੋਟੀਨ, ਪ੍ਰੋਟੀਨ ਦੀ ਸਿੰਥੀਸਿਸ ਵਾਸਤੇ ਨਾਈਟ੍ਰੋਜਨ। ਵਿਚ ਸਟਰਕਚਰਸ ਹੈਲਪ ਪੈਰਾਮੀਸ਼ੀਅਮ ਇਨ ਮੂਵਿੰਗ, ਕਿਹੜਾ ਸਟਰਕਚਰ ਉਹਦੀ ਹੈਲਪ ਕਰਦਾ ਪੈਰਾਮੀਸ਼ੀਅਮ ਦੀ ਮੂਵ ਕਰਨ ਦੇ ਵਿੱਚ? ਸੀਲੀਆ। ਵਿਚ ਆਫ ਦ ਫੋਲੋਇੰਗ ਇਜ਼ ਅ 3 ਕਾਰਬਨ ਮੋਲੀਕਿਊਲ ਡੈਟ ਇਜ਼ ਪਾਇਰੂਵੇਟ। which of the following enzyme works in acidic environment 'ਚ ਵੀ ਜਿਹੜਾ ਕੰਮ ਕਰਦਾ? that is pepsin. from the surface of which part of plant does the exchange of gases take place? exchange gases ਦਾ ਕਿੱਥੇ ਹੁੰਦਾ? leaves 'ਚ ਹੁੰਦਾ ਵਾ, stomata ਦੇ ਰਾਹੀਂ ਹੁੰਦਾ ਵਾ। which of the following is a thick wall? thick wall ਕਿਹਦੀ ਹੁੰਦੀ ਹੈ? artery ਦੀ ਹੁੰਦੀ ਹੈ। where does the breakdown of glucose into pyruvate take place? mitochondria. which of the following causes cramps due to sudden action in our muscle? lactic acid ਕਰਕੇ ਸਾਨੂੰ ਜਿਹੜੇ cramps ਉਹ feel ਹੁੰਦੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਟਾਈਪ 2। ਆਪਾਂ ਸਾਰੇ ਦੇ ਸਾਰੇ ਇੰਪੋਰਟੈਂਟ ਐਜ਼ ਵੈਲ ਐਜ਼ ਸਾਰੇ MCQs ਪੜ੍ਹ ਲਏ ਨੇ। ਹੁਣ ਆਪਾਂ ਕਰਾਂਗੇ ਟਾਈਪ 2 ਸ਼ਾਰਟ ਆਨਸਰ ਟਾਈਪ ਕੁਐਸਚਨਸ, ਠੀਕ ਹੈ। ਹੁਣ ਆ ਜਿਹੜਾ ਕੁਐਸਚਨ ਹੈ ਨਿਊਟ੍ਰੀਸ਼ਨ ਨੂੰ ਡਿਫਾਈਨ ਕਰਨਾ ਤੇ ਇਹਦੇ ਜਿਹੜੇ ਮੈਥਡਸ ਨੂੰ ਦੱਸਣਾ, ਆ ਜਿਹੜੇ ਇੰਪੋਰਟੈਂਟ ਵਨ ਆ ਬਿਕੋਜ਼ 2024 ਦੇ ਵਿੱਚ ਹੋਇਆ ਸੀਗਾ, ਠੀਕ ਹੈ। ਆ ਤੁਹਾਨੂੰ ਸਾਰੇ ਦੇ ਸਾਰੇ ਕੁਐਸਚਨ ਲਰਨ ਹੀ ਕਰਨੇ ਪੈਣੇ ਆ, ਠੀਕ ਹੈ। ਤਾਂ ਆ ਸਾਰੇ ਹੈ ਵੀ ਸਾਰੇ ਦੇ ਸਾਰੇ ਇੰਪੋਰਟੈਂਟ। what criteria do we use to decide whether something is alive? ਕਿਹੜਾ criteria ਆ ਵੀ ਜਿਹੜਾ ਆਪਣੇ ਕੋਲ ਇੰਪੋਰਟੈਂਟ ਆ ਬਿਕੋਜ਼ ਲਾਸਟ ਈਅਰ ਹਾਲੇ ਆਇਆ ਵਾ। ਉਸ ਤੋਂ ਬਾਅਦ what is the role of the acid in our stomach? ਆ ਤਾਂ ਬਹੁਤ ਜ਼ਰੂਰੀ ਹੈ ਬਿਕੋਜ਼ 2020 ਦੇ ਵਿੱਚ ਆਇਆ ਵਾ, 2024 ਦੇ ਵਿੱਚ ਆਇਆ ਵਾ, 2025 ਦੇ ਵਿੱਚ ਆਇਆ ਵਾ, ਸੋ ਵੈਰੀ ਇੰਪੋਰਟੈਂਟ, ਠੀਕ ਹੈ। ਉਸ ਤੋਂ ਬਾਅਦ ਹਾਊ ਆਰ ਦ ਲੰਗਸ ਡਿਜ਼ਾਈਨਡ ਇਨ ਹਿਊਮਨ ਬੀਂਗਸ? ਲੰਗਸ ਕਿਸ ਤਰ੍ਹਾਂ ਡਿਜ਼ਾਈਨ ਹੁੰਦੇ ਆ ਦਾ ਏਰੀਆ ਫॉर ਐਕਸਚੇਂਜ ਆਫ ਗੈਸ ਵਾਸਤੇ? 2025 ਦੇ ਵਿੱਚ ਆਇਆ, ਸੋ ਵੈਰੀ ਇੰਪੋਰਟੈਂਟ। what are the components of transport system in highly organized plant? 2019 ਦੇ ਵਿੱਚ ਆਇਆ ਵਾ, ਠੀਕ ਹੈ, ਸੋ ਇੰਪੋਰਟੈਂਟ। what is the importance of saliva in digestion of food? 2022 ਦੇ ਵਿੱਚ ਆਇਆ ਵਾ, 2024 ਦੇ ਵਿੱਚ ਵੀ ਆਇਆ ਵਾ। ਉਸ ਤੋਂ ਬਾਅਦ how are the alveoli designed in human beings to maximize the exchange of gases? ਉਸ ਤੋਂ ਬਾਅਦ what are the consequences of deficiency? ਜਦੋਂ ਖੂਨ ਦੀ ਕਮੀ ਹੋ ਜੇ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਬਿਮਾਰੀਆਂ? ਅਨੀਮੀਆ ਵਰਗੀ ਬਿਮਾਰੀਆਂ ਹੋ ਸਕਦੀਆਂ ਵਾ, ਇੰਪੋਰਟੈਂਟ ਆ। 2024 ਦੇ ਵਿੱਚ ਵੀ ਆਇਆ ਸੀਗਾ, 2025 ਦੇ ਵਿੱਚ ਵੀ। ਉਸ ਤੋਂ ਬਾਅਦ ਰਾਈਟ ਦਾ ਮੇਨ ਫੰਕਸ਼ਨ ਆਫ ਕਿਡਨੀਜ਼, ਕਿਡਨੀਜ਼ ਦੇ ਮੇਨ ਫੰਕਸ਼ਨ ਕਿਹੜੇ ਆ? 2024 ਦੇ ਵਿੱਚ ਆਇਆ, ਸੋ ਇੰਪੋਰਟੈਂਟ ਵਨ। what are the difference between autotrophic and heterotrophic nutrition? 2022 ਦੇ ਵਿੱਚ ਆਇਆ ਸੀਗਾ, ਸੋ ਇੰਪੋਰਟੈਂਟ ਵਨ। ਤੁਸੀਂ ਅਗਰ ਇਸ ਨੂੰ ਇਸ ਤਰ੍ਹਾਂ ਵਿੱਚ ਲਾਈਨ ਮਾਰ ਕੇ ਇਹਦਾ ਡਿਫਰੈਂਸ਼ੀਏਟ ਕਰੋਗੇ ਦੈਨ ਤੁਹਾਨੂੰ ਪੂਰੇ ਮਾਰਕਸ ਮਿਲਣਗੇ, ਠੀਕ ਹੈ। ਹਾਊ ਇਜ਼ ਦ ਸਮੋਲ ਇੰਟੈਸਟਾਈਨ ਡਿਜ਼ਾਈਨ ਟੂ ਅਬਜ਼ੋਰਬ ਦ ਡਾਈਜੈਸਟਡ ਫੂਡ? ਠੀਕ ਹੈ, ਉਸਨੂੰ ਕਿਸ ਤਰ੍ਹਾਂ ਡਿਜ਼ਾਈਨ ਕੀਤਾ ਹੁੰਦਾ ਵਾ? ਵਾਈ ਨੈਫਰੋਨ ਇਜ਼ ਕਾਲਡ ਡਾਇਲਾਈਸਿਸ ਬੈਗ? ਨੈਫਰੋਨ ਨੂੰ ਡਾਇਲਾਈਸਿਸ ਬੈਗ ਕਿਉਂ ਕਿਹਾ ਗਿਆ ਵਾ? ਵਾਈ ਆਰ ਵਾਈਟ ਬਲੱਡ ਸੈਲਸ ਕਾਲਡ ਸੋਲਜਰਸ ਆਫ ਦ ਬੋਡੀ? ਇਹਨਾਂ ਨੂੰ ਸੋਲਜਰਸ ਕਿਉਂ ਕਹਿੰਦੇ? ਬਿਕੋਜ਼ ਆ ਹਰ ਬੈਕਟੀਰੀਆ ਨਾਲ ਹਰ ਬਿਮਾਰੀ ਨਾਲ ਲੜਦੇ ਆ ਵਾਈਟ ਬਲੱਡ ਸੈਲਸ। ਰਾਈਟ ਦ ਇੰਪੋਰਟੈਂਸ ਆਫ ਬਾਇਲ ਜੂਸ ਇਨ ਡਾਈਜੈਸ਼ਨ? ਬਾਇਲ ਜੂਸ ਦੀ ਇੰਪੋਰਟੈਂਸ ਲਿਖਣੀ ਡਾਈਜੈਸ਼ਨ ਦੇ ਵਿੱਚ। ਉਸ ਤੋਂ ਬਾਅਦ ਆ ਜਾਏਗਾ ਟਾਈਪ 3 ਸ਼ਾਰਟ ਆਨਸਰ ਟਾਈਪ ਕੁਐਸਚਨਸ ਆ ਮਤਲਬ ਆ ਜਿਹੜੇ ਆਪਣੇ ਕੋਲ 3 ਮਾਰਕਸ ਦੇ ਵਿੱਚ ਹੋਣਗੇ, ਠੀਕ ਹੈ। ਡਰੋ ਦਾ ਡਾਇਗ੍ਰਾਮ ਆਫ ਹਿਊਮਨ ਹਾਰਟ ਐਂਡ ਐਕਸਪਲੇਨ ਦ ਇੰਟਰਨਲ ਸਟਰਕਚਰ? ਡਾਇਗ੍ਰਾਮ ਡਰੋ ਕਰਨੀ ਹਿਊਮਨ ਹਾਰਟ ਦੀ ਤਾਂ ਉਹਦਾ ਇੰਟਰਨਲ ਸਟਰਕਚਰ ਵੀ ਡਰੋ ਕਰਨਾ ਵਾ। ਸੋ ਇਸ ਤਰ੍ਹਾਂ ਤੁਸੀਂ ਇੱਕ ਸਿੰਪਲ ਜੀ ਡਾਇਗ੍ਰਾਮ ਡਰੋ ਕਰ ਦੇਣੀ ਆ ਤੇ ਨਾਲ ਦੇ ਨਾਲ ਉਹਨੂੰ ਲੇਬਲ ਕਰਨਾ ਐਜ਼ ਵੈਲ ਐਂਡ ਦੈਨ ਉਹਦਾ ਜਿਹੜਾ ਸਟਰਕਚਰ ਆ ਉਸਨੂੰ ਤੁਸੀਂ ਇਸ ਤਰ੍ਹਾਂ ਪੂਰਾ ਦਾ ਪੂਰਾ ਉਹਨੂੰ ਸਮਝਾਉਣਾ ਹੈ ਕਿ ਡਾਇਗ੍ਰਾਮ ਦੇ ਵਿੱਚ ਕੀ ਕਿਹੜਾ ਸਟਰਕਚਰ ਆ, ਕਿਹੜੇ ਕਿਹੜੇ ਪਾਰਟ ਕਿਹੜਾ ਕਿਹੜਾ ਕੰਮ ਕਰਦੇ, ਠੀਕ ਹੈ। ਉਸ ਤੋਂ ਬਾਅਦ ਮਕੈਨਿਜ਼ਮ ਦੱਸ ਦਿਓ ਹਾਰਟ ਦਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ।
ਸੋ ਹਾਊ ਇਜ਼ ਫੂਡ ਟਰਾਂਸਪੋਰਟਡ ਇਨ ਪਲਾਂਟ, ਫੂਡ ਜਿਹੜਾ ਵਾ ਪਲਾਂਟ ਦੇ ਵਿੱਚ ਕਿਸ ਤਰ੍ਹਾਂ ਟਰਾਂਸਪੋਰਟ ਹੁੰਦਾ ਵਾ ਉਸ ਬਾਰੇ ਕੁਐਸਚਨ ਹੈ। ਉਸ ਤੋਂ ਬਾਅਦ ਦਾ ਨੈਕਸਟ ਕੁਐਸਚਨ ਇਜ਼ ਵੈਰੀ 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 ਇੰਪੋਰਟੈਂਟ, ਡਿਫਰੈਂਸ ਬਿਟਵੀਨ ਐਰੋਬਿਕ ਐਂਡ ਐਨਐਰੋਬਿਕ 2017 ਦੇ ਵਿੱਚ ਆਇਆ, 2018 ਦੇ ਵਿੱਚ ਆ, 2023 ਦੇ ਵਿੱਚ ਵੀ ਆਇਆ ਵਾ। ਐਂਡ ਦੈਨ ਆ ਕੁਐਸਚਨ ਬਹੁਤ ਜ਼ਰੂਰੀ ਆ, ਆ ਹਾਫ ਸੀਗਾ ਦੈਨ ਆ ਹਾਫ ਅੱਗੇ ਆ, ਠੀਕ ਹੈ। ਡਿਸਕ੍ਰਾਈਬ ਡਬਲ ਸਰਕੂਲੇਸ਼ਨ ਆਫ ਬਲੱਡ ਇਨ ਹਿਊਮਨ ਬੀਂਗਸ, ਵਾਈ ਇਜ਼ ਇਟ ਨੈਸੈਸਰੀ, ਤੇ ਨੈਸੈਸਰੀ ਕਿਉਂ ਆ, 2000 ਲਾਸਟ ਈਅਰ ਰਿਪੀਟ ਹੋਇਆ ਹਾਲੇ, ਠੀਕ ਹੈ। ਸਾਰੇ ਦੇ ਸਾਰੇ ਕੁਐਸਚਨਸ ਦਾ ਸਕਰੀਨਸ਼ਾਟ ਲੈ ਲਓ ਜਾਂ ਨੋਟਬੁੱਕ 'ਤੇ ਲਿਖ ਲਿਖ ਕੇ ਪ੍ਰੈਕਟਿਸ ਕਰੋਗੇ ਤਾਂ ਜ਼ਿਆਦਾ ਵਧੀਆ। ਡਰਾ ਲੇਬਲ ਡਾਇਗਰਾਮ ਲਾਸਟ ਈਅਰ ਆਇਆ, ਠੀਕ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਤੋਂ ਬਾਅਦ ਤੁਹਾਨੂੰ ਇੱਕ ਵੀ ਕੁਐਸਚਨ ਕਰਨ ਦੀ ਜ਼ਰੂਰਤ ਹੈ। ਲੇਬਲ ਡਾਇਗਰਾਮ, ਠੀਕ ਹੈ। ਇਲਸਟ੍ਰੇਟ ਦਾ ਪ੍ਰੋਸੈਸ ਆਫ ਓਪਨਿੰਗ ਐਂਡ ਕਲੋਜ਼ਿੰਗ ਆਫ ਸਟੋਮੇਟਾ ਨੂੰ ਇਲਸਟ੍ਰੇਟ ਕੀਤਾ। ਡਰਾ ਪਿਕਚਰ ਆਫ ਦਾ ਹਿਊਮਨ ਐਕਸਕ੍ਰੀਟਰੀ ਸਿਸਟਮ ਦੀ ਪਿਕਚਰ 2017 ਦੇ ਵਿੱਚ ਆਇਆ ਵਾ, ਠੀਕ ਹੈ। ਸੋ ਇੰਪੋਰਟੈਂਟ। ਹਾਊ ਆਰ ਫੈਟ ਡਾਈਜੈਸਟਡ ਇਨ ਆਵਰ ਬੋਡੀਜ਼, ਵੇਅਰ ਡਜ਼ ਦਿਸ ਪ੍ਰੋਸੈਸ ਟੇਕ ਪਲੇਸ, ਕਿੱਥੇ ਟੇਕ ਪਲੇਸ ਲੈਂਦਾ ਵਾ। ਰਾਈਟ ਮਕੈਨਿਜ਼ਮ ਆਫ ਨੈਫਰੋਨ ਵਿਦ ਦ ਹੈਲਪ ਆਫ ਲੇਬਲ ਡਾਇਗਰਾਮ, ਪਹਿਲਾਂ ਉਹਦਾ ਮਕੈਨਿਜ਼ਮ ਲਿਖ ਦਿਓ, ਦੈਨ ਉਸ ਤੋਂ ਬਾਅਦ ਉਹਦੀ ਜਿਹੜੀ ਡਾਇਗਰਾਮ ਆ ਉਹ ਇਸ ਤਰ੍ਹਾਂ ਤੁਸੀਂ ਡਰੋ ਕਰ ਦੇਣੀ ਹੈ ਤੇ ਨਾਲ ਲੇਬਲ ਕਰ ਦਿਓ। ਵਟ ਆਰ ਦ ਕੰਪੋਨੈਂਟਸ ਆਫ ਦ ਟਰਾਂਸਪੋਰਟ ਸਿਸਟਮ ਇਨ ਦ ਹਿਊਮਨ ਬੀਂਗਸ, ਕਿਹੜੇ ਕਿਹੜੇ ਕੰਪੋਨੈਂਟਸ ਨੇ। ਆਹ ਕੁਐਸਚਨ ਇੰਪੋਰਟੈਂਟ ਆ ਬਿਕੋਜ਼ 2018 ਦੇ ਵਿੱਚ ਆਇਆ ਵਾ, ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਸਾਡਾ ਲਾਈਫ ਪ੍ਰੋਸੈਸਿਸ ਵਾਲਾ ਚੈਪਟਰ ਆ ਸਾਰਾ ਕੁਝ ਆਪਾਂ ਉਹਦੇ ਕੰਪਲੀਟ ਕਰ ਲਿਆ, ਸਾਰੀਆਂ ਇੰਪੋਰਟੈਂਟ ਚੀਜ਼ਾਂ ਲਾਈਫ ਪ੍ਰੋਸੈਸਿਸ, ਠੀਕ ਹੈ। ਸਾਰੀਆਂ ਇੰਪੋਰਟੈਂਟ ਚੀਜ਼ਾਂ ਆਪਾਂ ਉਹ 'ਚ ਪੜ੍ਹ ਲਈਆਂ ਵਾ। ਹੁਣ ਆਪਾਂ ਮੂਵ ਕਰਦੇ ਹਾਂ ਜੀ ਨੈਕਸਟ ਚੈਪਟਰ 'ਤੇ, ਜਿਹੜਾ ਆਪਣੇ ਕੋਲ ਹੈਗਾ ਵਾ ਕੰਟਰੋਲ ਐਂਡ ਕੋਆਰਡੀਨੇਸ਼ਨ ਵਾਲਾ ਚੈਪਟਰ। ਇਹਦੀ ਇੰਪੋਰਟੈਂਟ ਡੈਫੀਨੇਸ਼ਨਸ ਆ। ਸਭ ਤੋਂ ਪਹਿਲਾਂ ਨਿਊਰੋਨ ਦੀ ਡੈਫੀਨੇਸ਼ਨ ਆ, ਦ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਨਰਵਸ ਸਿਸਟਮ ਦੀ, ਉਹਨੂੰ ਆਪਾਂ ਕਹਿੰਦੇ ਹਾਂ ਨਿਊਰੋਨ। ਉਸ ਤੋਂ ਬਾਅਦ ਸੈਂਸਰੀ ਔਰਗਨ ਕਿਹੜੇ ਹੁੰਦੇ ਆ, ਦਾ ਔਰਗਨ ਵਿੱਚ ਸੈਂਸ ਦਾ ਚੇਂਜਸ, ਜਿਹੜੇ ਚੇਂਜਸ ਨੂੰ ਸੈਂਸ ਕਰ ਲੈਂਦੇ ਹਨ ਦ ਸਰਾਊਂਡਿੰਗ ਇਨਵਾਇਰਮੈਂਟ ਐਂਡ ਪਾਸ ਔਨ ਦ ਇਨਫੋਰਮੇਸ਼ਨ, ਜੇ ਨਰਵਸ ਸਿਸਟਮ ਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸੈਂਸਰੀ ਔਰਗਨ। ਹਾਰਮੋਨ ਕਿਹੜੇ ਹੁੰਦੇ ਆ, ਕੈਮੀਕਲ ਸਬਸਟਾਂਸ ਜਿਹੜੇ ਐਂਡੋਕਰਾਈਨ ਗਲੈਂਡਸ ਦੇ ਦੁਆਰਾ ਸਿਕਰੀਟ ਕੀਤੇ ਜਾਂਦੇ ਆ ਐਂਡ ਟਰਾਂਸਪੋਰਟਡ ਬਾਈ ਬਲੱਡ, ਤੇ ਬਲੱਡ ਦੁਆਰਾ ਟਰਾਂਸਪੋਰਟ ਕੀਤੇ ਜਾਂਦੇ ਟੂ ਦ ਬੋਡੀ ਦੇ ਫੰਕਸ਼ਨਸ ਨੂੰ। ਜੀਓਟ੍ਰੋਪਿਜ਼ਮ ਕੀ ਹੁੰਦਾ ਵਾ, ਦਾ ਮੂਵਮੈਂਟ ਆਫ ਪਲਾਂਟ ਟੂ ਡਿਊ ਟੂ ਅਰਥ ਗ੍ਰੈਵਿਟੀ, ਅਰਥ ਦੀ ਗ੍ਰੈਵਿਟੀ ਕਰਕੇ ਉਸਨੂੰ ਆਪਾਂ ਕਹਿੰਦੇ ਹਾਂ ਜੀਓਟ੍ਰੋਪਿਜ਼ਮ। ਉਸ ਤੋਂ ਬਾਅਦ ਰਿਫਲੈਕਸ ਐਕਸ਼ਨ, ਦਾ ਇਨਵੋਲੈਂਟਰੀ ਐਕਸ਼ਨ ਟੂਵਰਡਸ ਐਮਰਜੈਂਸੀ ਸਿਚੁਏਸ਼ਨਸ ਵਾਸਤੇ ਰਿਫਲੈਕਸ ਐਕਸ਼ਨ ਦੀ ਵਰਤੋਂ ਕੀਤੀ ਜਾਂਦੀ, ਠੀਕ ਹੈ। ਉਸ ਤੋਂ ਬਾਅਦ ਰਿਫਲੈਕਸ ਆਰਕ, ਦ ਪਾਥ ਥਰੂ ਵਿਚ ਦ ਸਿਗਨਲ ਟਰੈਵਲ, ਜਿਹੜੇ ਪਾਥ ਰਾਹੀਂ ਸਿਗਨਲ ਜਾਂਦਾ ਹੈ ਉਸਨੂੰ ਆਪਾਂ ਕਹਿੰਦੇ ਰਿਫਲੈਕਸ ਆਰਕ। ਰਿਫਲੈਕਸ ਐਕਸ਼ਨ ਮਤਲਬ ਜਦੋਂ ਸਾਡਾ ਕੋਈ ਮੁਸੀਬਤ 'ਚ ਜਿਸ ਤਰ੍ਹਾਂ ਹੱਥ ਸਾਡਾ ਗਰਮ ਤਵੇ ਨੂੰ ਲੱਗ ਜੂਗਾ ਤਾਂ ਸਾਡਾ ਜਿਹੜਾ ਬ੍ਰੇਨ ਆ ਨਰਵਸ ਸਿਸਟਮ ਉਹਨੂੰ ਖੁਦ ਬ ਖੁਦ ਪਿੱਛੇ ਖਿੱਚ ਲੇਗਾ, ਠੀਕ ਹੈ। ਉਹਨੂੰ ਆਪਾਂ ਕਹਿੰਦੇ ਹਾਂ ਸਾਨੂੰ ਤਾਂ ਕਰਕੇ ਐਮਰਜੈਂਸੀ ਸਿਚੁਏਸ਼ਨ 'ਚ ਇਹਨਾਂ ਨੇ ਲਿਖਿਆ ਬਚਾਉਂਦਾ ਹੈ। ਉਸ ਤੋਂ ਬਾਅਦ ਆ ਜਾਏਗਾ ਸੈਂਟਰਲ ਨਰਵਸ ਸਿਸਟਮ, ਬ੍ਰੇਨ ਐਂਡ ਨਰਵ ਕੋ ਟੂਗੈਦਰ ਕੌਨਸਟੀਟਿਊਟ ਦਾ ਸੈਂਟਰਲ ਨਰਵਸ ਸਿਸਟਮ। ਨਰਵ ਇੰਪਲਸ, ਦਾ ਕੰਡਕਸ਼ਨ ਆਫ ਕੈਮੀਕਲ ਔਰ ਇਲੈਕਟ੍ਰਿਕ ਸਿਗਨਲਸ ਬਾਈ ਨਰਵ ਸੈਲਸ ਨੂੰ ਆਪਾਂ ਕਹਿੰਦੇ ਹਾਂ ਨਰਵ ਇੰਪਲਸ। ਉਸ ਤੋਂ ਬਾਅਦ ਆ ਜਾਊਗਾ ਇਨਵੋਲੈਂਟਰੀ ਐਕਸ਼ਨ, ਦੀਸ ਆਰ ਨੋਟ ਅੰਡਰ ਦ ਕੰਟਰੋਲ ਆਫ ਦ ਵਿਲ ਆਫ ਐਨ ਇੰਡੀਵਿਜੂਅਲ, ਆ ਸਾਡੇ ਕੰਟਰੋਲ 'ਚ ਨਹੀਂ ਹੁੰਦਾ। ਫੋਰ ਐਗਜ਼ਾਮਪਲ ਸਾਹ ਲੈਣਾ ਅਤੇ ਟਚਿੰਗ ਅ ਹੋਟ ਪਲੇਟ ਅਨਨੋਇੰਗਲੀ, ਠੀਕ ਹੈ। ਉਸ ਤੋਂ ਬਾਅਦ ਬਰੀਥ ਕਰਨਾ ਸਾਹ ਲੈਣਾ। ਉਸ ਤੋਂ ਬਾਅਦ ਦੈਨ ਸਾਡਾ ਜਿਹੜਾ ਦਿਲ ਆ ਉਹ ਧੜਕਦਾ ਵਾ, ਉਹ ਵੀ ਸਾਡੇ ਕੰਟਰੋਲ 'ਚ ਨਹੀਂ ਹੈਗਾ। ਜੇ ਐਕਸ਼ਨ ਸਾਡੇ ਕੰਟਰੋਲ 'ਚ ਨਹੀਂ ਹੁੰਦੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਇਨਵੋਲੈਂਟਰੀ ਐਕਸ਼ਨਸ। ਉਸ ਤੋਂ ਬਾਅਦ ਵੋਲੈਂਟਰੀ ਕਿਹੜੇ ਆ ਗਏ, ਦ ਮਸਲਸ, ਵੋਲੈਂਟਰੀ ਮਸਲਸ ਕਿਹੜੀਆਂ ਵਿਚ ਡਾਇਰੈਕਟਲੀ ਕੰਟਰੋਲਡ ਬਾਈ ਦ ਬ੍ਰੇਨ, ਜਿਹੜੀਆਂ ਡਾਇਰੈਕਟਲੀ ਕੰਟਰੋਲ ਹੁੰਦੀਆਂ ਬ੍ਰੇਨ ਦੁਆਰਾ। ਇਨਵੋਲੈਂਟਰੀ ਮਸਲ ਵਿਚ ਆਰ ਨੋਟ ਡਾਇਰੈਕਟਲੀ ਕੰਟਰੋਲਡ ਬਾਈ ਦ ਬ੍ਰੇਨ। ਸਾਈਨੈਪਸ, ਸਾਈਨੈਪਸ ਕੀ ਹੁੰਦੇ ਆ, ਦ ਸਪੇਸ ਬਿਟਵੀਨ ਟੂ ਐਡਜੈਸੈਂਟ ਨਿਊਰੋਨਸ ਥਰੂ ਵਿਚ ਨਰਵ ਇੰਪਲਸ ਕੈਨ ਪਾਸ ਇਜ਼ ਕਾਲਡ ਸਾਈਨੈਪਸ। ਉਸ ਤੋਂ ਬਾਅਦ ਆਪਾਂ ਕਰਨੇ ਆ ਜੀ ਮਲਟੀਪਲ ਚੋਇਸ ਇੰਪੋਰਟੈਂਟ ਕੁਐਸਚਨਸ। ਸੋ ਪਲਾਂਟ ਹੋਰਮੋਨ, ਦਾ ਗੈਪ ਬਿਟਵੀਨ ਟੂ ਨਿਊਰੋਨਸ ਦੇ ਵਿੱਚ ਦੇ ਗੈਪ ਨੂੰ ਆਪਾਂ ਕੀ ਕਹਿੰਦੇ ਹਾਂ, ਸਾਈਨੈਪਸ ਕਹਿੰਦੇ ਹਾਂ, ਠੀਕ ਹੈ। ਦ ਬ੍ਰੇਨ ਇਜ਼ ਰਿਸਪੋਂਸੀਬਲ ਫੋਰ, ਬ੍ਰੇਨ ਕਾਹਦੇ ਵਾਸਤੇ ਰਿਸਪੋਂਸੀਬਲ ਹੈ, ਥਿੰਕਿੰਗ ਵਾਸਤੇ, ਬੈਲੈਂਸ ਵਾਸਤੇ, ਰੈਗੂਲੇਟਿੰਗ ਦਾ ਹਾਰਟ, ਸਾਰੀਆਂ ਚੀਜ਼ਾਂ ਵਾਸਤੇ ਬ੍ਰੇਨ ਰਿਸਪੋਂਸੀਬਲ ਆ, ਤਾਂ ਕਰਕੇ ਆਲ ਦਾ ਅਬਵ। ਵਿਚ ਪਾਰਟ ਆਫ ਦ ਬ੍ਰੇਨ ਕੈਨ ਬੀ ਡਿਵਾਈਡਡ ਇਨਟੂ ਹੈਮੀਸਫੀਅਰ, ਇਨਟੂ ਟੂ, ਕਿਹੜੇ ਪਾਰਟ ਜਿਹੜਾ ਬ੍ਰੇਨ ਦਾ ਜਿਹਨੂੰ ਆਪਾਂ ਟੂ ਹੈਮੀਸਫੀਅਰਸ ਦੇ ਵਿੱਚ ਡਿਵਾਈਡ ਕੀਤਾ ਵਾ 2024 ਦੇ ਵਿੱਚ ਪੁੱਛਿਆ ਗਿਆ ਸੀਗਾ, ਡੈਟ ਇਜ਼ ਆਪਣੇ ਕੋਲ 4 ਬ੍ਰੇਨ ਆ ਜਾਏਗਾ। ਵਿਚ ਆਫ ਦ ਫੋਲੋਵਿੰਗ
ਇਜ਼ ਨੋਟ ਐਨ ਇਨਵੋਲੈਂਟਰੀ ਐਕਸ਼ਨ, ਜਿਹੜਾ ਇਨਵੋਲੈਂਟਰੀ ਐਕਸ਼ਨ ਨਹੀਂ ਹੈ 2024 ਦੇ ਵਿੱਚ ਆਇਆ ਸੀਗਾ, ਡੈਟ ਇਜ਼ ਚੂਇੰਗ, ਬਿਕੋਜ਼ ਚੂਇੰਗ ਸਾਡੇ ਕੰਟਰੋਲ ਦੇ ਵਿੱਚ ਹੈਗਾ ਵਾ। ਉਸ ਤੋਂ ਬਾਅਦ ਗਰੋਥ ਹਾਰਮੋਨ ਇਜ਼ ਸਿਕਰੀਟਡ ਬਾय, ਗਰੋਥ ਹਾਰਮੋਨ ਕੌਣ ਸਿਕਰੀਟ ਕਰਦਾ ਵਾ, ਪਿਚੂਟਰੀ ਗਲੈਂਡ, ਠੀਕ ਹੈ। ਦਾ ਐਮਰਜੈਂਸੀ ਹਾਰਮੋਨ ਕਿਹੜਾ ਆਪਣੇ ਕੋ, ਐਡਰੀਨਾਲਾਈਨ, ਜਿਹੜਾ ਆਪਣੇ ਕੋ ਐਮਰਜੈਂਸੀ ਹਾਰਮੋਨ ਆ। ਵਟ ਡੂ ਹਾਰਮੋਨਸ ਕੰਟਰੋਲ ਇਨ ਪਲਾਂਟਸ, ਪਲਾਂਟਸ ਦੇ ਵਿੱਚ ਆ ਕੀ ਕੰਟਰੋਲ ਕਰਦੇ ਆ, ਡਾਇਰੈਕਸ਼ਨਲ ਗਰੋਥ ਨੂੰ ਕੰਟਰੋਲ ਕਰਦੇ ਆ। ਵਟ ਹੈਪਨਸ ਡਿਊ ਟੂ ਲੈਕ ਆਫ ਆਇਓਡੀਨ ਇਨ ਆਵਰ ਡਾਈਟ, ਅਗਰ ਸਾਡੇ 'ਚ ਆਇਓਡੀਨ ਦੀ ਘਾਟ ਹੋ ਜੇ ਸਾਡੀ ਡਾਈਟ ਦੇ ਵਿੱਚ, ਦੈਨ ਸਾਨੂੰ ਕਿਹੜਾ ਰੋਗ ਲੱਗ ਜਾਏਗਾ, ਗੋਇਟਰ। ਵਿਚ ਹਾਰਮੋਨ ਇਜ਼ ਸਿਕਰੀਟਡ ਇਨ ਦ ਮੇਲ ਐਟ ਦ ਏਜ ਆਫ 10 to 12 ਈਅਰਸ, ਮੇਲ ਦੇ ਵਿੱਚ ਕਿਹੜਾ ਹਾਰਮੋਨ ਸਿਕਰੀਟ ਹੁੰਦਾ ਵਾ, ਟੈਸਟੋਸਟੀਰੋਨ, ਠੀਕ ਹੈ, ਟੈਸਟੋਸਟੀਰੋਨ। ਵਿਚ ਇੰਜੈਕਸ਼ਨ ਡੂ ਡਾਇਬਟਿਕ ਪੇਸ਼ੈਂਟਸ ਟੇਕ, ਕਿਹੜਾ ਇੰਜੈਕਸ਼ਨ ਲੈਂਦੇ ਆ, ਇਨਸੂਲਿਨ ਦਾ ਇੰਜੈਕਸ਼ਨ। ਵਿਚ ਆਫ ਦ ਫੋਲੋਇੰਗ ਹਾਰਮੋਨਸ ਪ੍ਰਮੋਟ ਦ ਗਰੋਥ ਇਨ ਪਲਾਂਟ, ਪਲਾਂਟ ਦੇ ਵਿੱਚ ਗਰੋਥ ਨੂੰ ਕੌਣ ਪ੍ਰਮੋਟ ਕਰਦਾ ਵਾ, ਆਕਸੀਨ। ਸਪਾਈਨਲ ਕੋਡ ਇਜ਼ ਪ੍ਰੋਟੈਕਟਡ ਬਾय, ਸਪਾਈਨਲ ਕੋਡ ਨੂੰ ਕੌਣ ਪ੍ਰੋਟੈਕਟ ਕਰਦਾ ਵਾ, ਵਰਟੀਬਰਲ ਕੋਲਮ। ਉਸ ਤੋਂ ਬਾਅਦ ਹੈ ਹੂ ਡਜ਼ ਦ ਵਰਕ ਆਫ ਇਨਹਿਬਿਟਿੰਗ ਗਰੋਥ ਆਫ ਪਲਾਂਟ, ਪਲਾਂਟ ਦੀ ਗਰੋਥ ਨੂੰ ਰੋਕਦਾ ਕੌਣ ਆ, ਐਬਸਿਸਿਕ ਐਸਿਡ, ਤੇ ਵਧਾਉਂਦਾ ਕੌਣ ਆ, ਪ੍ਰਮੋਟ ਕੌਣ ਕਰਦਾ ਵਾ, ਆਕਸੀਨ। ਵਿਚ ਹਾਰਮੋਨ ਇਜ਼ ਸਿਕਰੀਟਡ ਡਾਇਰੈਕਟਲੀ ਇਨਟੂ ਦ ਬਲੱਡ ਬਾय ਐਡਰੀਨਾਲਾਈਨ ਗਲੈਂਡ ਦੇ ਨਾਲ, ਐਡਰੀਨਾਲਾਈਨ ਹਾਰਮੋਨ। ਡਿਊ ਟੂ ਵਿਚ ਆਫ ਦ ਫੋਲੋਇੰਗ, ਡਿਊ ਟੂ ਦ ਲੀਵਸ ਆਫ ਟਰੀਜ਼ ਵਿਦਰ, ਜਿਨ੍ਹਾਂ ਝੜ ਜਾਂਦੇ ਆ, ਐਬਸਿਸਿਕ ਐਸਿਡ। ਇਨ ਵਿਚ ਆਫ ਆਵਰ ਸੈਂਸ organs ਆਰ ਦ olfactory receptors, olfactory receptors ਕਿਹ ਹੁੰਦੇ ਆ, ਆਪਣੇ ਨੋਸ 'ਚ ਹੁੰਦੇ ਆ। ਇਨ ਵਿਚ ਆਫ ਆਵਰ ਸੈਂਸ organ ਆਰ ਦ ਟੇਸਟ ਰਿਸੈਪਟਰ, ਟੇਸਟ ਕਿਹ 'ਚ ਹੋਊਗਾ, ਟੰਗ 'ਚ ਹੋਊਗਾ। ਇਨ ਵਿਚ ਪਾਰਟ ਆਫ ਦ ਪਲਾਂਟ ਇਜ਼ ਦ ਹਾਰਮੋਨ ਆਕਸੀਨ, ਆਕਸੀਨ ਕਿੱਥੇ ਹੁੰਦਾ ਵਾ, anterior part of shoot। which plant hormone helps in stem growth, stem ਦੀ growth 'ਚ ਕੌਣ ਮਦਦ ਕਰਦਾ ਵਾ, ਗਿਬਰੇਲਿਨ ਹਾਰਮੋਨ। which plant hormone include cell division, cell ਦੀ division ਕਿੱਥੇ ਹੁੰਦੀ ਆ, ਸਾਈਟੋਕਿਨਿਨਸ ਦੇ ਵਿੱਚ। what is salivation, salivation ਕਿਹੜਾ ਐਕਸ਼ਨ ਆ, ਮਤਲਬ ਸਲਾਈਵਾ ਆਉਣਾ ਮੂੰਹ 'ਚ ਬਾਰ-ਬਾਰ, ਇਨਵੋਲੈਂਟਰੀ ਐਕਸ਼ਨ ਆ, ਸਾਡੇ ਕੰਟਰੋਲ 'ਚ ਨਹੀਂ ਹੈਗਾ। ਉਸ ਤੋਂ ਬਾਅਦ ਕੰਟਰੋਲ ਐਂਡ ਕੋਆਰਡੀਨੇਸ਼ਨ ਆਰ ਦ ਫੰਕਸ਼ਨ ਆਫ ਹਾਰਮੋਨਸ ਐਂਡ ਨਰਵਸ ਸਿਸਟਮ ਬਾਰੇ ਕੰਟਰੋਲ ਐਂਡ ਕੋਆਰਡੀਨੇਸ਼ਨ ਚੈਪਟਰ ਆ। ਵਿਚ ਗਲੈਂਡ ਸਿਕਰੀਟ ਇਨਸੂਲਿਨ, ਇਨਸੂਲਿਨ ਕੌਣ ਸਿਕਰੀਟ ਕਰਦਾ ਵਾ, ਆਪਣੇ ਕੋ ਪੈਨਕ੍ਰੀਆਸ। ਸੋ ਆ ਸੀਗੇ ਜੀ ਸਾਡੇ ਸਾਰੇ ਦੇ ਸਾਰੇ MCQs ਦੇ ਨਾਲ ਸਾਰੇ ਦੇ ਸਾਰੇ ਐਜ਼ ਵੈਲ ਐਜ਼ ਆਪਾਂ ਇੰਪੋਰਟੈਂਟ ਵੀ ਕੀਤੇ ਆ, ਪ੍ਰੀਵੀਅਸ ਈਅਰ ਵੀ ਕੀਤੇ ਆ। ਹੁਣ ਆਪਾਂ ਕਰਨੇ ਆ ਜੀ ਕੁਐਸਚਨ ਆਨਸਰ, ਸਾਰੇ ਸ਼ਾਰਟ ਕੁਐਸਚਨ ਆਨਸਰਸ। ਸਭ ਤੋਂ ਪਹਿਲਾਂ ਆ ਜਿਹੜਾ ਆਪਣੇ ਕੋਲ ਫਸਟ ਆ, ਵਿਚ ਪਾਰਟ ਆਫ ਦ ਬ੍ਰੇਨ ਮੇਨਟੇਨਸ ਪੋਸਚਰ ਐਂਡ ਇਕਲਿਬਰੀਅਮ ਆਫ ਦ ਬੋਡੀ, ਆ ਜੀ ਬਹੁਤ ਇੰਪੋਰਟੈਂਟ ਹੈ ਬਿਕੋਜ਼ 2024 ਦੇ ਵਿੱਚ ਪੁੱਛਿਆ ਗਿਆ ਵਾ, ਠੀਕ ਹੈ। ਸੋ ਇਸ ਨੂੰ ਜਿਹੜਾ ਵਾ ਸਹੀ ਤਰ੍ਹਾਂ ਕਰ ਲਿਓ, ਸਟਾਰ ਮਾਰਕ ਕਰ ਲਿਓ ਕੁਐਸਚਨ 'ਤੇ। ਉਸ ਤੋਂ ਬਾਅਦ ਹਾਊ ਡੂ ਵੀ ਡਿਟੈਕਟ ਦ ਸਮੈਲ ਆਫ ਅਗਰਬੱਤੀ ਦੀ ਆਪਾਂ ਸਮੈਲ ਜਿਹੜੀ ਕਿਸ ਤਰ੍ਹਾਂ ਕਰ ਲੈਂਦੇ ਆ, ਸਾਨੂੰ ਕਿਸ ਤਰ੍ਹਾਂ ਪਤਾ ਲੱਗ ਜਾਂਦਾ, ਇਹਨਾਂ ਸਾਰੇ ਕੁਐਸਚਨਸ ਨੂੰ ਤੁਸੀਂ ਇੱਕ ਵਾਰੀ ਰੀਡ ਕਰ ਲਿਓ, ਲਰਨ ਕਰ ਲਿਓ ਸਹੀ ਤਰ੍ਹਾਂ। ਵਟ ਇਜ਼ ਦ ਰੋਲ ਆਫ ਬ੍ਰੇਨ ਇਨ ਰਿਫਲੈਕਸ ਐਕਸ਼ਨ, ਦੇ ਵਿੱਚ ਕੀ ਰੋਲ ਆ, ਵਟ ਆਰ ਪਲਾਂਟ ਹਾਰਮੋਨਸ, ਗਿਵ ਐਨ ਐਗਜ਼ਾਮਪਲ ਆਫ ਪਲਾਂਟ ਹਾਰਮੋਨ ਡੈਟ ਪ੍ਰਮੋਟਸ ਗਰੋਥ, ਜਿਹੜਾ ਗਰੋਥ ਨੂੰ ਪ੍ਰਮੋਟ ਕਰਦੇ ਆ। ਇੰਪੋਰਟੈਂਟ ਕੁਐਸਚਨ ਆ 2025, ਲਾਸਟ ਈਅਰ ਰਿਪੀਟ ਹੋਇਆ ਵਾ, ਠੀਕ ਹੈ। ਉਸ ਤੋਂ ਬਾਅਦ ਵਾਈ ਇਜ਼ ਦ ਯੂਜ਼ ਆਫ ਆਇਓਡਾਈਜ਼ ਸਾਲਟ ਐਡਵਾਈਸੇਬਲ, ਬਹੁਤ ਇੰਪੋਰਟੈਂਟ ਕੁਐਸਚਨ ਆ 2024 23 ਦੇ ਵਿੱਚ, 25 ਦੇ ਵਿੱਚ ਰਿਪੀਟ ਹੋਇਆ, ਠੀਕ ਹੈ। ਪੇਪਰ ਦੇ ਵਿੱਚ ਵੀ ਤੇ ਮਾਡਲ ਪੇਪਰ ਦੇ ਵਿੱਚ ਵੀ ਆਇਆ ਸੀਗਾ। ਵਾਈ ਆਰ ਸਮ ਪੇਸ਼ੈਂਟਸ ਆਫ ਡਾਇਬਟੀਜ਼ ਟ੍ਰੀਟਡ ਬਾਈ ਗਿਵਿੰਗ ਇੰਜੈਕਸ਼ਨਸ ਆਫ ਇਨਸੂਲਿਨ, ਦੇ ਇੰਜੈਕਸ਼ਨ ਉਹਨਾਂ ਨੂੰ ਕਿਉਂ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਵਟ ਇਜ਼ ਦ ਨੀਡ ਫੋਰ ਅ ਸਿਸਟਮ ਆਫ ਕੰਟਰੋਲ ਐਂਡ ਕੋਆਰਡੀਨੇਸ਼ਨ ਇਨ ਐਨ ਔਰਗਨਿਜ਼ਮ, ਕੀ ਜ਼ਰੂਰਤ ਹੈ ਇਸ ਸਿਸਟਮ ਦੀ। ਉਸ ਤੋਂ ਬਾਅਦ ਵਟ ਇਜ਼ ਦ ਡਿਫਰੈਂਸ ਬਿਟਵੀਨ ਦ ਮੈਨਰ ਇਨ ਵਿਚ ਮੂਵਮੈਂਟਸ ਟੇਕ ਪਲੇਸ ਇਨ ਅ ਸੈਂਸਿਟਿਵ ਪਲਾਂਟ ਐਂਡ ਦ ਮੂਵਮੈਂਟ ਇਨ ਆਵਰ ਲੈਗਸ, ਇੰਪੋਰਟੈਂਟ ਕੁਐਸਚਨ ਆ 2022 ਦੇ ਵਿੱਚ ਵੀ ਆਇਆ ਸੀਗਾ ਤੇ 2024 ਦੇ ਵਿੱਚ ਵੀ ਆਇਆ ਵਾ। ਵਾਈ ਇਜ਼ ਦ ਪਿਚੂਟਰੀ ਗਲੈਂਡ ਕੋਲਡ ਦ ਮਾਸਟਰ ਗਲੈਂਡ, ਆਪਾਂ ਇਹਨੂੰ ਕਿਉਂ ਕਹਿੰਦੇ ਆ। ਵਟ ਇਜ਼ ਟਾਈਪ ਆਫ ਫਿਨੋਮੀਨਾ ਸ਼ੋਨ ਇਨ ਦ ਫਿਗਰ, ਡਿਫਾਈਨ ਦ ਸੇਮ, ਆ ਕਿਹੜਾ ਫਿਨੋਮੀਨਾ ਉਹਨਾਂ ਨੇ ਫਿਗਰ 'ਚ ਸ਼ੋ ਕੀਤਾ, ਇਸਨੂੰ ਦੱਸਣਾ ਵਾ ਤੇ ਉਸ ਤੋਂ ਬਾਅਦ ਇਹਨੂੰ ਜਿਹੜਾ ਵਾ ਡਿਫਾਈਨ ਵੀ ਕਰਨਾ ਵਾ। ਜੀਓਟ੍ਰੋਪਿਜ਼ਮ ਆ ਬਿਕੋਜ਼ ਜਿਹੜਾ ਵਾ ਇਟ ਇਜ਼ ਅ ਟਾਈਪ ਆਫ ਗਰੋਥ ਮੂਵਮੈਂਟ ਇਨਕਲੂਡਡ ਬਾय ਦ ਸਟਿਮੂਲਸ ਆਫ ਗ੍ਰੈਵਿਟੀ, ਗ੍ਰੈਵਿਟੀ ਦੇ ਕਰਕੇ ਉਸ ਤਰਫ ਜਿਹੜਾ ਵਾ ਝੁਕ ਗਿਆ ਵਾ, ਠੀਕ ਹੈ। ਉਸ ਤੋਂ ਬਾਅਦ ਆ ਜਾਊਗਾ ਰਾਈਟ ਦ ਨੇਮ ਆਫ 1 and 2 ਇਨ ਦਾ ਫਿਗਰ ਗਿਵਨ ਬਿਲੋ, ਉਸ ਤੋਂ ਬਾਅਦ ਤੁਸੀਂ ਨੇਮ ਲਿਖਣਾ, ਉਹਨਾਂ ਨੇ ਤੁਹਾਨੂੰ ਐਜ਼ ਜਿੱਦਾਂ ਇਮੇਜ ਦਿੱਤੀ ਉਹਨਾਂ ਨੇ ਪੁੱਛਣਾ ਕਿ ਆ 1 ਦਾ ਕੀ ਨੇਮ ਆ ਜਾਏਗਾ ਐਂਡ ਦੈਨ ਆ 2 ਦਾ ਪੁੱਛਿਆ ਦਾ ਕੀ ਨੇਮ ਆ ਜਾਏਗਾ, ਦੈਨ ਤੁਸੀਂ ਨੇਮ ਕਰਨਾ, ਜਿੱਦਾਂ ਆ 1 ਕੀ ਆਪਣੇ ਕੋਲ ਪਿਚੂਟਰੀ ਗਲੈਂਡ ਆ ਤੇ ਦੂਸਰਾ ਆਪਣੇ ਕੋਲ ਕੀ ਹੈ ਟੈਸਟਿਸ ਆ, ਠੀਕ ਹੈ। ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ, ਸੋ ਡਾਇਗਰਾਮਸ ਨੂੰ ਧਿਆਨ ਦੇ ਨਾਲ ਕਰ ਲਿਓ।
ਰਾਈਟ ਟੂ ਫੰਕਸ਼ਨਸ ਆਫ ਸਪਾਈਨਲ ਕੋਰਡ ਦੇ 2 ਫੰਕਸ਼ਨਸ ਦੱਸਣੇ ਆ। ਡਰਾ ਲੇਬਲ ਡਾਇਗਰਾਮ ਆਫ ਨਿਊਰੋਨ ਦੀ ਤੁਸੀਂ ਲੇਬਲ ਡਾਇਗਰਾਮ ਉਹ ਤੁਸੀਂ ਆਪਣੀ ਬੁੱਕ ਤੋਂ ਦੇਖ ਲਿਓ ਪੇਜ ਨੰਬਰ 45 ਤੋਂ, ਠੀਕ ਹੈ। ਤਾਂ ਆ ਜਿਹੜਾ ਵਾ ਲਾਸਟ ਈਅਰ ਕੁਐਸਚਨ ਆਇਆ ਸੀਗਾ ਨਿਊਰੋਨ ਦੀ ਡਾਇਗਰਾਮ ਦੇ ਉੱਪਰ, ਠੀਕ ਹੈ। ਸੋ ਇਹਨੂੰ ਵੀ ਸਟਾਰ ਮਾਰਕ ਕਰ ਲਓ, ਠੀਕ ਹੈ। ਸੋ ਉਸ ਤੋਂ ਬਾਅਦ ਆ ਸ਼ਾਰਟ ਆਨਸਰ ਟਾਈਪ ਕੁਐਸਚਨ ਦਾ ਪਾਰਟ 2, ਵਟ ਇਜ਼ ਡਿਫਰੈਂਸ ਬਿਟਵੀਨ ਅ ਰਿਫਲੈਕਸ ਐਕਸ਼ਨ ਐਂਡ ਵਾਕਿੰਗ ਦੇ ਵਿੱਚ ਜਿਹੜਾ ਵਾ ਕੀ ਡਿਫਰੈਂਸ ਬਿਟਵੀਨ ਆ what happens at the synapse between two neurons ਮਾਰਕ ਕਰ ਲਓ ਬਿਕੋਜ਼ 2019 ਦੇ ਵਿੱਚ ਆਇਆ ਸੀਗਾ। how is the movement of leaves of the sensitive plant different from the movement of shoot towards light ਯਾਦ ਕਰ ਲਿਓ। ਉਸ ਤੋਂ ਬਾਅਦ ਡਰੋ ਸਟਰਕਚਰ ਆਫ ਨਿਊਰੋਨ ਦਾ ਸਟਰਕਚਰ ਬਾਰ-ਬਾਰ ਪੁੱਛਿਆ ਜਾਂਦਾ ਪਿਆ, ਨਾਲੇ ਇਹਦੇ ਫੰਕਸ਼ਨ 2023 ਦੇ ਵਿੱਚ ਆਇਆ ਸੀਗਾ, 24 ਦੇ ਵਿੱਚ ਆਇਆ ਸੀਗਾ ਤੇ 22 ਦੇ ਵਿੱਚ ਆਇਆ ਸੀਗਾ। ਵੈਰੀ ਇੰਪੋਰਟੈਂਟ ਕੁਐਸਚਨ। ਤਾਂ ਆਪਣੇ ਕੋਲ ਜਿਹੜਾ ਵਾ ਨਿਊਰੋਨ ਦਾ ਸਟਰਕਚਰ ਹੈਗਾ ਵਾ, ਠੀਕ ਹੈ। ਸੋ ਆਈ ਥਿੰਕ ਬਸ ਇਹਨੂੰ ਡਰੋ ਕਰਕੇ ਆ ਜਾਓਗੇ ਕਾਫੀ ਆ। ਅਗਰ ਆ ਜਿਹੜੀ ਚੀਜ਼ ਨਾ ਵੀ ਡਰੋ ਕਰੋਗੇ ਤਾਂ ਵੀ ਚੱਲ ਜਾਏਗਾ। ਉਸ ਤੋਂ ਬਾਅਦ ਆ ਜਿਹੜਾ ਤੁਸੀਂ ਇਹਨੂੰ ਸਾਰੇ ਦੇ ਸਾਰੇ ਐਕਸਪਲੇਨ ਕਰ ਦਿਓ। ਹਾਊ ਡੂ ਇਨਵੋਲੈਂਟਰੀ ਐਕਸ਼ਨ ਐਂਡ ਰਿਫਲੈਕਸ ਐਕਸ਼ਨ ਡਿਫਰੈਂਟ ਫਰੋਮ ਈਚ ਅਦਰ, ਕਿਸ ਤਰ੍ਹਾਂ ਡਿਫਰੈਂਟ ਨੇ ਤੁਸੀਂ ਡਿਫਰੈਂਸ ਬਿਟਵੀਨ ਕਰਨਾ ਇਨਵੋਲੈਂਟਰੀ ਐਕਸ਼ਨ ਤੇ ਰਿਫਲੈਕਸ ਐਕਸ਼ਨ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਵਾ ਹਾਊ ਡੂ ਆਕਸੀਨਸ ਪ੍ਰਮੋਟ ਦ ਗਰੋਥ, ਆਕਸੀਨ ਜਿਹੜੀ ਹੈ ਪ੍ਰਮੋਟ ਕਿੱਦਾਂ ਕਰਦੀ ਹੈ ਗਰੋਥ ਆਫ ਟੈਂਡਰਿਲ ਅਰਾਊਂਡ ਅ ਸਪੋਟ ਦੇ ਵਿੱਚ। ਆਹ ਵਾਲਾ ਕੁਐਸਚਨ ਵੀ ਰੀਡ ਕਰ ਲਿਓ। ਐਂਡ ਦੈਨ ਵਟ ਇਜ਼ ਹਾਰਮੋਨ, ਰਾਈਟ ਇਟਸ ਕਰੈਕਟਰਿਸਟਿਕਸ, ਉਹਦੀ ਕਰੈਕਟਰਿਸਟਿਕਸ ਲਿਖਣੀਆਂ ਵਾ। ਡਰਾ ਲੇਬਲ ਡਾਇਗਰਾਮ ਆਫ ਬ੍ਰੇਨ ਦੀ ਲੇਬਲ ਡਾਇਗਰਾਮ ਤੁਸੀਂ ਲਿਖਣੀ ਆ। ਉਸ ਤੋਂ ਬਾਅਦ ਉਹਨੂੰ ਲੇਬਲ ਵੀ ਕਰਨਾ ਵਾ। ਹਾਊ ਡਜ਼ ਆਵਰ ਬੋਡੀ ਰਿਸਪੌਂਡ ਵੈਨ ਐਡਰੀਨਾਲਾਈਨ ਇਜ਼ ਸੀਕ੍ਰੀਟਡ ਇਨ ਆਵਰ ਬਲੱਡ, ਜਦੋਂ ਐਡਰੀਨਾਲਾਈਨ ਸੀਕ੍ਰੀਟ ਹੁੰਦਾ ਵਾ। ਆ ਵੀ ਇੰਪੋਰਟੈਂਟ ਆ ਬਿਕੋਜ਼ ਮੋਡਲ ਪੇਪਰ 2024-25 ਦੇ ਵਿੱਚ ਆਇਆ ਸੀਗਾ, ਠੀਕ ਹੈ। ਸੋ ਇੱਕ ਜਿਹੜਾ ਕੁਐਸਚਨ ਆ, ਕੀ ਕੁਐਸਚਨ ਆ, ਹਾਊ ਡਜ਼ ਫੋਟੋਟ੍ਰੋਪਿਜ਼ਮ ਅਕਰ ਇਨ ਪਲਾਂਟ, ਕਿਸ ਤਰ੍ਹਾਂ ਜਿਹੜਾ ਫੋਟੋਟ੍ਰੋਪਿਜ਼ਮ ਅਕਰ ਹੁੰਦਾ ਹੈ। ਇਸ ਕੁਐਸਚਨ ਨੂੰ ਵੀ ਜਿਹੜਾ ਤੁਸੀਂ ਆ ਰੀਡ ਜਿਹੜਾ ਵਾ ਕਰ ਲਿਓ ਇੱਕ ਵਾਰ, ਠੀਕ ਹੈ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਆਪਣੇ ਕੋਲ ਨੈਕਸਟ ਚੈਪਟਰ ਆ ਹਾਊ ਡੂ ਔਰਗੈਨਿਜ਼ਮਸ ਰੀਪਰੋਡਿਊਸ, ਔਰਗੈਨਿਜ਼ਮਸ ਕਿਸ ਤਰ੍ਹਾਂ ਰੀਪਰੋਡਿਊਸ ਕਰਦੇ ਆ। ਆਪਣੇ ਕੋਲ ਹੈਗਾ ਵਾ ਚੈਪਟਰ ਨੰਬਰ 7। ਸੋ ਸਭ ਤੋਂ ਪਹਿਲਾਂ ਇੰਪੋਰਟੈਂਟ ਡੈਫੀਨੇਸ਼ਨਸ ਆ ਰੀਪਰੋਡਕਸ਼ਨ ਇਜ਼ ਦ ਪ੍ਰੋਸੈਸ ਬਾਈ ਵਿਚ ਨਿਊ ਔਰਗੈਨਿਜ਼ਮ ਪ੍ਰੋਡਿਊਸ ਫਰੋਮ ਦੇ ਪੇਰੈਂਟ ਔਰ ਪੇਰੈਂਟਸ ਵਿਚ ਆਰ ਸਿਮਿਲਰ ਟੂ ਦ ਔਰਗੈਨਿਜ਼ਮਸ। ਰੀਪਰੋਡਕਸ਼ਨ ਉਹਨੂੰ ਕਹਿੰਦੇ ਆ। ਸੈਕਸ਼ੂਅਲ ਰੀਪਰੋਡਕਸ਼ਨ ਬਾਰੇ ਆ ਦ ਪ੍ਰੋਡਕਸ਼ਨ ਆਫ ਨਿਊ ਔਰਗੈਨਿਜ਼ਮ ਬਾਈ ਦ ਕੰਬੀਨੇਸ਼ਨ ਆਫ ਮੇਲ ਐਂਡ ਫੀਮੇਲ ਗਮੀਟਸ ਦੀ ਕੰਬੀਨੇਸ਼ਨ ਦੇ ਨਾਲ, ਡੈਟ ਇਜ਼ ਸੈਕਸ਼ੂਅਲ ਰੀਪਰੋਡਕਸ਼ਨ। ਸੈਕਸ਼ੂਅਲ ਰੀਪਰੋਡਕਸ਼ਨ ਦ ਪ੍ਰੋਸੈਸ ਵੇ ਸਿੰਗਲ ਪੇਰੈਂਟ, ਜਿਹ 'ਚ ਇੱਕ ਸਿੰਗਲ ਪੇਰੈਂਟ ਹੀ ਪ੍ਰੋਡਿਊਸ ਕਰ ਦਿੰਦਾ ਵਾ, ਡੈਟ ਇਜ਼ ਸੈਕਸ਼ੂਅਲ। ਉਸ ਤੋਂ ਬਾਅਦ ਫਿਜ਼ਨ ਦੀ ਡੈਫੀਨੇਸ਼ਨ ਆ ਦ ਡਿਵੀਜ਼ਨ ਆਫ ਬੋਡੀ ਆਫ ਔਰਗੈਨਿਜ਼ਮ ਇਨਟੂ 2 ਔਰ ਮੋਰ ਪਾਰਟਸ ਐਂਡ ਗਿਵਿੰਗ ਰਾਈਜ਼ ਟੂ ਨਿਊ ਇੰਡੀਵਿਜੂਅਲ, ਉਹਨੂੰ ਆਪਾਂ ਫਿਸ਼ਨ ਕਹਿੰਦੇ ਆ। ਉਸ ਤੋਂ ਬਾਅਦ ਬਡਿੰਗ ਆ ਜੂਗੀ ਦ ਔਰਗੈਨਿਜ਼ਮ ਫੋਰਮਡ ਬਾਈ ਦ ਸੈਪਰੇਸ਼ਨ ਆਫ ਦ ਸਟਰਕਚਰ ਬਡ ਮੇਡ ਔਨ ਦ ਬੋਡੀ, ਜਿਹੜਾ ਬਡ ਤੋਂ ਬਣਦਾ ਵਾ। ਵੈਜੀਟੇਟਿਵ ਪ੍ਰੋਪਾਗੇਸ਼ਨ, ਕਿਸੇ ਵੀ ਪਾਰਟ ਦੇ ਪਲਾਂਟ ਦੇ ਕਿਸੇ ਵੀ ਪਾਰਟ ਤੋਂ ਜਿਹੜਾ ਆਉਂਦੀ ਉਹ ਆ ਜੂਗੀ ਵੈਜੀਟੇਟਿਵ ਪ੍ਰੋਪਾਗੇਸ਼ਨ। ਉਸ ਤੋਂ ਬਾਅਦ ਪੋਲੀਨੇਸ਼ਨ ਕੀ ਆ ਜੂਗੀ, ਜਿਹ 'ਚ ਪੋਲਨ ਗ੍ਰੇਨਸ ਟ੍ਰਾਂਸਫਰ ਹੁੰਦੇ ਆ ਟੂ ਦ ਸਟਿਗਮਾ ਤੋਂ, ਠੀਕ ਹੈ। ਫਰਟੀਲਾਈਜੇਸ਼ਨ ਕੀ ਆ ਜੂਗੀ ਦ ਪ੍ਰੋਸੈਸ ਆਫ ਯੂਨੀਅਨ ਆਫ ਮੇਲ ਗਮੀਟ ਵਿਦ ਦ ਫੀਮੇਲ ਗਮੀਟ, ਉਹਨੂੰ ਜਾਂ ਪ੍ਰੋਸੈਸ ਜਦੋਂ ਯੂਨੀਅਨ ਹੁੰਦਾ ਜਦੋਂ ਮਿਲਦੇ ਆ, ਡੈਟ ਇਜ਼ ਫਰਟੀਲਾਈਜੇਸ਼ਨ। point definition ਆ ਜੀ ਰੀਜਨਰੇਸ਼ਨ the ability of some organisms to create new organism by vegetative method from the lost body part, ਉਹਨੂੰ ਆਪਾਂ ਕਹਿੰਦੇ ਹਾਂ ਜੀ ਰੀਜਨਰੇਸ਼ਨ। ਜੀ ਲੋਸਟ ਬੋਡੀ ਪਾਰਟ ਤੋਂ ਆਪਾਂ ਰੀਜਨਰੇਟ ਕਰ ਔਰਗੈਨਿਜ਼ਮਸ ਕਰਦੇ ਆ। ਉਸ ਤੋਂ ਬਾਅਦ ਹੈ ਗੈਮੇਟਸ, ਸਪਰਮ ਐਗ ਲਾਈਕ ਸੈਕਸ ਸੈਲਸ ਆਰ ਕਾਲਡ ਗੈਮੇਟਸ, ਉਹਨਾਂ ਨੂੰ ਕਹਿੰਦੇ ਆ ਵਿਚ ਟੇਕ ਪਾਰਟ ਇਨ ਸੈਕਸੁਅਲ ਰੀਪਰੋਡਕਸ਼ਨ 'ਚ ਜਿਹੜੇ ਟੇਕ ਪਾਰਟ ਲੈਂਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਜੀ ਗਮੇਟਸ। ਉਸ ਤੋਂ ਬਾਅਦ ਆ ਜੀ ਜ਼ਾਈਗੋਟ, a cellular structure formed by the fusion of male and female gamete is called zygote। ਉਸ ਤੋਂ ਬਾਅਦ ਹੈ ਜੀ ovule, the spherical oval structure developing in the ovary of pistil is called ovule in which embryonic sac, egg cell and hard integuments। ਉਸ ਤੋਂ ਬਾਅਦ ਹੈ ਜੀ ovum, the mature germ cell formed in the ovary of flower is called egg cell। ਉਸ ਤੋਂ ਬਾਅਦ ਆ ਸਪਰਮਸ ਕੀ ਹੁੰਦੇ ਆ ਦ ਮੋਟਾਈਲ ਮੇਲ ਗੈਮੀਟ ਆਫ ਐਨੀਮਲ ਇਜ਼ ਕਾਲਡ ਡਿਵੈਲਪਮੈਂਟ ਆਫ ਪ੍ਰਾਇਮਰੀ ਐਂਡ ਸੈਕੰਡਰੀ ਸੈਕਸ ਕਰੈਕਟਰਸ ਇਨ ਮੇਲਸ ਐਂਡ ਫੀਮੇਲਸ ਇਜ਼ ਕਾਲਡ ਪਿਊਬਰਟੀ ਇਨ ਵਿਚ ਸੈਕਸ਼ੂਅਲ ਮੈਚਿਓਰਿਟੀ ਇਜ਼ ਅਟੇਨਡ। ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਆ ਨੈਕਸਟ ਡੈਫੀਨੇਸ਼ਨ ਮੈਂਸੂਰੇਸ਼ਨ bleeding that occurs for 4 to 5 days after the shedding of the inner wall of the uterus in human females is called menstruation। ਉਸ ਤੋਂ ਬਾਅਦ ਆ ਜੀ contraceptives, ਇੱਕ ਮਿੰਟ
The various method by which an attempt is made to prevent pregnancy are called contraceptives. ਉਸ ਤੋਂ ਬਾਅਦ ਹੈ ਜੀ placenta. The placenta establish the connection between the fetus and the mother. ਇਸ ਤੋਂ ਬਾਅਦ ਆਪਾਂ ਕਰਾਂਗੇ ਜੀ ਸਾਰੇ ਦੇ ਸਾਰੇ ਇੰਪੋਰਟੈਂਟ MCQs. ਸੋ ਫਸਟ ਆ asexual reproduction ਟੇਕ ਪਲੇਸ ਥਰੂ ਬਡਿੰਗ ਦੇ ਦੁਆਰਾ ਕਿਹਦੇ ਵਿੱਚ ਟੇਕ ਪਲੇਸ ਲੈਂਦਾ ਵਾ ਜੀ ਯੀਸਟ ਦੇ ਵਿੱਚ ਲੈਂਦਾ ਵਾ. ਸੋ ਦਿਸ MCQ ਇਜ਼ ਇੰਪੋਰਟੈਂਟ ਬਿਕੋਜ਼ ਆ 2020 ਦੇ ਵਿੱਚ ਆਇਆ ਸੀਗਾ. ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਪਾਰਟ ਆਫ ਦਾ ਫੀਮੇਲ ਰਿਪਰੋਡਕਟਿਵ ਸਿਸਟਮ ਇਨ ਹਿਊਮਨ ਬੀਂਗਸ. ਵਾਸਟ ਡਿਫਰੈਂਸ ਜਿਹੜਾ ਆਪਣੇ ਕੋ ਕੀ ਆ ਮੇਲ ਦਾ ਪਾਰਟ ਆ. ਦਾ ਐਂਥਰ ਕੀ ਕੰਟੇਨ ਕਰਦਾ ਬਹੁਤ ਇੰਪੋਰਟੈਂਟ ਆ 2020 ਦੇ ਵਿੱਚ ਤੇ 2024 ਦੇ ਵਿੱਚ ਆਇਆ ਸੀਗਾ. ਦ ਐਂਥਰ ਕੀ ਕੰਟੇਨ ਕਰਦਾ ਵਾ ਪੋਲਨ ਗ੍ਰੇਨਸ ਨੂੰ ਕੰਟੇਨ ਕਰਦਾ ਵਾ. ਬਡਿੰਗ ਅਕਸ ਇਨ ਵਿਚ ਆਰਗੈਨਿਜ਼ਮ ਬਡਿੰਗ ਕਿਹਦੇ ਵਿੱਚ ਹੁੰਦੀ ਆ ਹਾਈਡਰਾ ਦੇ ਵਿੱਚ ਹੁੰਦੀ ਆ. ਵਿਚ ਆਫ ਦਾ ਫੋਲੋਇੰਗ ਆਰਗੈਨਿਜ਼ਮ ਰੀਪਰੋਡਿਊਸ ਬਾਈ ਰੀਜਨਰੇਸ਼ਨ ਦੇ ਨਾਲ ਕੌਣ ਰੀਪਰੋਡਿਊਸ ਕਰਦਾ ਵਾ ਪਲਾਨੇਰੀਆ. ਇੰਪੋਰਟੈਂਟ ਆ ਲਾਸਟ ਈਅਰ ਆਇਆ ਸੀਗਾ. ਵਿਚ ਆਫ ਦਾ ਫੋਲੋਇੰਗ ਆਰਗੈਨਿਜ਼ਮ ਰੀਪਰੋਡਿਊਸ ਬਾਈ ਰੀਜਨਰੇਸ਼ਨ ਆ ਵੀ ਇੰਪੋਰਟੈਂਟ ਆ. ਉਸ ਤੋਂ ਬਾਅਦ ਅਮੰਗ ਦਾ ਫੋਲੋਇੰਗ ਵਿਚ ਆਰ ਦਾ ਸੈਕਸ਼ੂਅਲੀ ਟਰਾਂਸਮਿਟਡ ਡਿਸੀਜ਼ਜ਼ ਸੈਕਸ਼ੂਅਲ ਟਰਾਂਸਮਿਟਡ ਡਿਸੀਜ਼ਜ਼ ਕਿਹੜੇ ਆ ਏਡਸ ਸਾਈਫਿਲਸ ਗੋਨੇਰੀਆ ਆਲ ਸਾਰੇ ਦੇ ਸਾਰੇ ਆ ਇੰਪੋਰਟੈਂਟ ਆ 2025 ਦੇ ਵਿੱਚ ਆਇਆ ਸੀਗਾ ਲਾਸਟ ਈਅਰ. ਦ ਡਿਸੀਜ਼ ਕੋਜ਼ ਡਿਊ ਟੂ ਸੈਕਸ਼ੂਅਲ ਕੰਟੈਕਟ ਦੇ ਨਾਲ ਕਿਹੜਾ ਡਿਸੀਜ਼ ਕੋਜ਼ ਹੁੰਦਾ ਵਾ ਏਡਸ ਹੁੰਦਾ ਵਾ. 2024 ਦੇ ਵਿੱਚ ਆਇਆ ਸੀਗਾ. ਦ ਮੋਡ ਆਫ ਰੀਪਰੋਡਕਸ਼ਨ ਇਨ ਸਪਾਇਰੋਗੈਰਾ ਦੇ ਵਿੱਚ ਕਿਹੜਾ ਵਾ ਰੀਪਰੋਡਕਸ਼ਨ ਦਾ ਕਿਹੜਾ ਮੋਡ ਆ ਫਰੈਗਮੈਂਟੇਸ਼ਨ 2024 ਦੇ ਵਿੱਚ ਆਇਆ ਸੋ ਇੰਪੋਰਟੈਂਟ ਆ. ਡੈਸ਼ ਇਜ਼ ਨੋਟ ਅ ਪਾਰਟ ਆਫ ਫੀਮੇਲ ਰਿਪਰੋਡਕਟਿਵ ਸਿਸਟਮ ਜਿਹੜਾ ਇਹ 'ਚ ਫੀਮੇਲ ਅੱਗੇ ਉਹਨਾਂ ਨੇ ਪੁੱਛਿਆ ਜਿਹੜਾ ਫੀਮੇਲ ਦਾ ਨਹੀਂ ਆ ਇਹ 'ਚ ਉਹਨਾਂ ਨੇ ਕਿਹਾ ਡੈਸ਼ ਇਜ਼ ਨੋਟ ਅ ਪਾਰਟ ਆਫ ਮੇਲ ਰਿਪਰੋਡਕਟਿਵ ਸਿਸਟਮ ਜਿਹੜਾ ਮੇਲ ਦਾ ਪਾਰਟ ਨਹੀਂ ਆ ਡੈਟ ਇਜ਼ ਯੂਟਰਸ ਬਿਕੋਜ਼ ਆਫ ਫੀਮੇਲ ਰਿਪਰੋਡਕਟਿਵ ਸਿਸਟਮ ਦਾ ਪਾਰਟ ਆ. ਵਟ ਕੋਸਿਸ ਸਾਈਫਿਲਸ ਡਿਸੀਜ਼ ਇਨ ਹਿਊਮਨਸ ਸਾਈਫਿਲਸ ਡਿਸੀਜ਼ ਕੌਣ ਕੋਸ ਕਰਦਾ ਵਾ ਬੈਕਟੀਰੀਆ. ਡੈਸ਼ ਇਜ਼ ਨੋਟ ਅ ਪਾਰਟ ਆਫ ਫੀਮੇਲ ਰਿਪਰੋਡਕਟਿਵ ਸਿਸਟਮ ਦਾ ਜਿਹੜਾ ਪਾਰਟ ਨਹੀਂ ਆ. ਸੋ ਇਹੋ ਜਿਹੇ ਕੁਐਸਚਨ ਜਿਹੜੇ ਆ 2 ਤੋਂ 3 ਜਿਹੜੇ ਰਿਪੀਟ ਹੋ ਗਏ. ਸੋ ਫੀਮੇਲ ਜਿਹੜਾ ਮੇਲ ਰਿਪਰੋਡਕਟਿਵ ਸਿਸਟਮ ਦੇ ਪਾਰਟਸ ਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਪੜ੍ਹਨਾ ਹੈ. ਡੈਸ਼ ਇਜ਼ ਨੋਟ ਅ ਪਾਰਟ ਆਫ ਦਾ ਫੀਮੇਲ ਰਿਪਰੋਡਕਟਿਵ ਸਿਸਟਮ ਦਾ ਜਿਹੜਾ ਪਾਰਟ ਨਹੀਂ ਆ ਡੈਟ ਇਜ਼ ਸਕੋਟਮ. ਠੀਕ ਹੈ. ਉਸ ਤੋਂ ਬਾਅਦ ਆ ਵਟ ਕੋਸਿਸ ਏਡਸ ਇਨ ਹਿਊਮਨਸ ਏਡਸ ਨੂੰ ਕੌਣ ਕੋਸ ਕਰਦਾ ਵਾ ਵਾਇਰਸ. ਫਰੈਗਮੈਂਟੇਸ਼ਨ ਕਿਹਦੇ ਵਿੱਚ ਅਕਰ ਹੁੰਦੀ ਹੈ ਸਪਾਇਰੋਗੈਰਾ. ਡੈਸ਼ ਇਜ਼ ਨੋਟ ਅ ਪਾਰਟ ਆਫ ਦਾ ਮੇਲ ਰਿਪਰੋਡਕਟਿਵ ਸਿਸਟਮ ਦਾ ਜਿਹੜਾ ਪਾਰਟ ਨਹੀਂ ਆ ਵਜਾਈਨਾ. ਵਟ ਕੋਸਿਸ ਗੁਨੋਰੀਆ ਇਨ ਹਿਊਮਨਸ ਕੌਣ ਕੋਸ ਕਰਦਾ ਵਾ ਜੀ ਆਪਣੇ ਕੋ ਬੈਕਟੀਰੀਆ ਜਿਹੜਾ ਵਾ ਕੋਸ ਕਰਦਾ ਵਾ. ਲਾਸਟ ਚੈਪਟਰ ਆਫ ਬਾਇਓਲੋਜੀ ਆਪਾਂ ਸਾਰੀ ਬਾਇਓਲੋਜੀ ਕਰਨ ਦਾ ਕੀਤਾ ਸੀਗਾ ਕਿ ਆਪਾਂ ਸਾਰੀ ਬਾਇਓਲੋਜੀ ਦੇ ਇੰਪੋਰਟੈਂਟ MCQ ਸਾਰਾ ਕੁਝ ਦੇਖਾਂਗੇ ਕੁਐਸਚਨਸ ਲੌਂਗ ਕੁਐਸਚਨ ਸਭ ਕੁਝ ਦੈਨ ਦਿਸ ਇਜ਼ ਆਵਰ ਲਾਸਟ ਚੈਪਟਰ ਸੋ ਇਹਨੂੰ ਵੀ ਦੇਖ ਲੈਂਦੇ ਹਾਂ. ਸਭ ਤੋਂ ਪਹਿਲਾਂ ਇੰਪੋਰਟੈਂਟ ਡੈਫੀਨੇਸ਼ਨਸ ਈਕੋਸਿਸਟਮ ਕੀ ਹੁੰਦਾ ਵਾ ਦਾ ਫੰਕਸ਼ਨਲ ਸਿਸਟਮ ਆਫ ਐਕਸਚੇਂਜ ਆਫ ਐਨਰਜੀ ਐਂਡ ਮੈਟਰ ਬਿਟਵੀਨ ਲਿਵਿੰਗ ਐਂਡ ਨੋਨ ਲਿਵਿੰਗ ਕੰਪੋਨੈਂਟਸ ਨੂੰ ਆਪਾਂ ਈਕੋਸਿਸਟਮ ਕਹਿੰਦੇ ਹਾਂ ਜਿਹ 'ਚ ਐਨਰਜੀ ਦਾ ਅਤੇ ਮੈਟਰ ਦਾ ਐਕਸਚੇਂਜ ਹੁੰਦਾ ਲਿਵਿੰਗ ਅਤੇ ਨੋਨ ਲਿਵਿੰਗ ਦੇ ਵਿੱਚ. ਬਾਇਓਮ ਕੀ ਹੁੰਦਾ ਵਾ ਦ ਲਾਰਜ ਯੂਨਿਟ ਫਾਰਮਡ ਬਾਏ ਦਾ ਇੰਟੀਗ੍ਰੇਸ਼ਨ ਆਫ ਈਕੋਸਿਸਟਮ ਟੂਗੈਦਰ ਉਹਨੂੰ ਆਪਾਂ ਕਹਿੰਦੇ ਹਾਂ ਬਾਇਓਮ. ਬਾਇਓਸਫੇਅਰ ਕੀ ਹੁੰਦਾ ਵਾ all the biomes around the world come together to form a big unit which is called biosphere. ਸਾਰੇ ਬਾਇਓਮ ਦੇ ਨਾਲ ਮਿਲ ਕੇ ਬਣਦੀ ਆ ਇੱਕ ਬੜੀ ਵੱਡੀ ਯੂਨਿਟ ਜਿਹਨੂੰ ਆਪਾਂ ਕਹਿੰਦੇ ਹਾਂ ਬਾਇਓਸਫੇਅਰ. ਇਟ ਇਜ਼ ਅ ਵਾਸਟ ਬਾਇਓਲੋਜੀਕਲ ਸਿਸਟਮ ਬਹੁਤ ਵੱਡਾ ਸਿਸਟਮ ਹੁੰਦਾ ਵਾ. ਐਟਮੋਸਫੇਅਰ ਕੀ ਹੁੰਦਾ ਵਾ ਦ ਗੈਸਿਸ ਇਨਵੈਲਪ ਡੈਟ ਸਰਾਊਂਡਸ ਦਾ ਅਰਥ ਜਿਹਨੇ ਸਰਾਊਂਡ ਨੂੰ ਜਿਹਦੇ ਵਿੱਚ ਗੈਸਿਸ ਇਨਵੈਲਪ ਆ ਮਤਲਬ ਕਾਰਬਨ ਡਾਈਆਕਸਾਈਡ ਆ ਨਾਈਟ੍ਰੋਜਨ ਆਕਸੀਜਨ ਜਿਹਨੇ ਅਰਥ ਨੂੰ ਚਾਰੇ ਪਾਸੇ ਘੇਰਾ ਪਾਇਆ ਵਾ ਸੋ ਆਪਾਂ ਉਹਨੂੰ ਕੀ ਕਹਿੰਦੇ ਆ ਐਟਮੋਸਫੇਅਰ ਕਹਿੰਦੇ ਆ. ਉਸ ਤੋਂ ਬਾਅਦ ਕੰਜ਼ਿਊਮਰ ਆ ਦ ਔਰਗੈਨਿਜ਼ਮਸ ਡੈਟ ਕੈਨੋਟ ਪ੍ਰੋਡਿਊਸ ਦ ਓਨ ਫੂਡ ਜੋ ਆਪਣਾ ਫੂਡ ਆਪੇ ਨਹੀਂ ਪ੍ਰੋਡਿਊਸ ਕਰ ਸਕਦੇ ਬਟ ਓਬਟੇਨ ਦੇਅਰ ਫੂਡ ਫਰੋਮ ਅਦਰ ਦੂਜਿਆਂ 'ਤੇ ਡਿਪੈਂਡ ਰਹਿੰਦਾ ਉਹਨੂੰ ਆਪਾਂ ਕਹਿੰਦੇ ਕੰਜ਼ਿਊਮਰਸ. ਉਸ ਤੋਂ ਬਾਅਦ ਆ ਜਾਏਗਾ ਟ੍ਰੋਫਿਕ ਲੈਵਲ the various levels of the food chain at which food is different trophic level at which food is transferred ਜਿਹ 'ਚ ਉਹਨਾਂ ਦਾ ਫੂਡ ਟਰਾਂਸਫਰਡ ਹੁੰਦਾ ਉਹਨੂੰ ਆਪਾਂ ਕਹਿੰਦੇ ਟ੍ਰੋਫਿਕ ਲੈਵਲ. ਉਸ ਤੋਂ ਬਾਅਦ ਫੂਡ ਚੇਨ the flow of nutrients and energy from one organism to another nutrients ਤੇ energy the flow from ਇੱਕ organism ਤੋਂ ਦੂਜੇ organism ਵੱਲ ਉਹਨੂੰ ਆਪਾਂ ਕਹਿੰਦੇ ਟ੍ਰੋਫਿਕ levels. ਉਸ ਤੋਂ ਬਾਅਦ ਆ ਜਾਏਗਾ ਫੂਡ ਵੈਬ the network of food chain ਉਹਨੂੰ ਆਪਾਂ ਕਹਿੰਦੇ ਹਾਂ ਫੂਡ ਵੈਬ. ਦੇ recycle what is called the biochemistry cycle. ਉਸ ਤੋਂ ਬਾਅਦ ਫਲੋਰਾ ਵਾ the total population of plants ਦੀ population ਨੂੰ ਫਲੋਰਾ ਕਹਿੰਦੇ ਆ ਤੇ ਫੋਨਾ ਕਹਿੰਦੇ ਐਨੀਮਲਸ ਦੀ population ਨੂੰ ਕਮਿਊਨਿਟੀ ਆ
a group of organism that live in the same area and interact with each other, ਜਿਹੜੇ ਇੱਕੋ ਥਾਂ ਤੇ ਰਹਿੰਦੇ ਤੇ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਕਮਿਊਨਿਟੀ। ਫੋਰ ਐਗਜ਼ਾਮਪਲ all the animals and plant living in a pond। ਉਸ ਤੋਂ ਬਾਅਦ ਆ ਜੂਗੀ ਬਾਇਓਮੈਗਨੀਫਿਕੇਸ਼ਨ, the process of accumulation of harmful chemical and pollutants increase in concentration। ਜਦੋਂ ਮਾੜੀਆਂ ਚੀਜ਼ਾਂ ਮਤਲਬ pollutants ਵਗੈਰਾ ਦੀ ਗਿਣਤੀ ਵੱਧ ਜਾਂਦੀ ਆ as it moves up a food chain, ਉਹਨੂੰ ਆਪਾਂ ਕਹਿੰਦੇ ਬਾਇਓਮੈਗਨੀਫਿਕੇਸ਼ਨ। ਤੋਂ ਫੂਡ ਚੇਨ ਚ ਆ ਜਾਂਦੀ ਆ, ਉਹਨੂੰ ਆਪਾਂ ਕਹਿੰਦੇ ਬਾਇਓਮੈਗਨੀਫਿਕੇਸ਼ਨ। ਬਾਇਓਡੀਗ੍ਰੇਡੇਬਲ, ਦੋ ਸਬਸਟੈਂਸਿਸ ਵਿਚ ਆਰ ਡੀਕੰਪੋਜ਼ਡ ਬਾਏ ਬਾਇਓਲੋਜੀਕਲ ਪ੍ਰੋਸੈਸਿਸ, ਜਿਹੜੀ ਆ ਖੁਦ ਬ ਖੁਦ ਡੀਕੰਪੋਜ਼ ਹੋ ਜਾਂਦੀਆਂ ਵਾ ਧਰਤੀ ਦੇ ਵਿੱਚ, ਉਹਨਾਂ ਨੂੰ ਆਪਾਂ ਕਹਿੰਦੇ ਬਾਇਓਡੀਗ੍ਰੇਡੇਬਲ ਸਬਸਟੈਂਸਿਸ। ਤੇ ਨੋਨ ਬਾਇਓਡੀਗ੍ਰੇਡੇਬਲ ਜਿਹੜੀਆਂ ਨਹੀਂ ਡੀਕੰਪੋਜ਼ ਹੁੰਦੀਆਂ ਬਹੁਤ ਬਹੁਤ ਸਾਲਾਂ ਤੱਕ, ਬਹੁਤ ਸਦੀਆਂ ਤੱਕ, ਠੀਕ ਹੈ। ਉਸ ਤੋਂ ਬਾਅਦ ਇਨਵਾਇਰਮੈਂਟ is the sum of all those or conditions or element which directly or indirectly affect the life, ਜਿਹੜੀ ਸਾਡੀ ਲਾਈਫ 'ਤੇ ਅਫੈਕਟ ਕਰਦੇ ਆ ਅਤੇ ਸਾਡੀ ਡਿਵਲਪਮੈਂਟ 'ਤੇ ਵੀ ਅਫੈਕਟ ਕਰਦੇ ਆ, ਉਹਨੂੰ ਆਪਾਂ ਕਹਿੰਦੇ ਇਨਵਾਇਰਮੈਂਟ, ਕਿ ਆਪਾਂ ਕਿਹੋ ਜਿਹੇ ਇਨਵਾਇਰਮੈਂਟ 'ਚ ਰਹਿੰਦੇ ਪਏ ਹਾਂ। ਉਸ ਤੋਂ ਬਾਅਦ ਆ ਜੂਗੀ ਇਕੋਲੋਜੀ। ਇਟ ਇਜ਼ ਦ ਬ੍ਰਾਂਚ ਆਫ ਸਾਇੰਸ ਵਿਚ ਔਨ ਦ ਬੇਸਿਸ ਆਫ ਬਾਇਓਟਿਕ ਐਂਡ ਏਬਾਇਓਟਿਕ ਫੈਕਟਰਸ ਸਟੱਡੀਜ਼ ਦ ਰਿਲੇਸ਼ਨਸ਼ਿਪ ਬਿਟਵੀਨ organisms and their environment। ਉਸ ਤੋਂ ਬਾਅਦ ਪ੍ਰੋਡਿਊਸਰ, an organism which can convert solar energy into chemical energy to make their food or energy through biochemical processes, ਉਹਨੂੰ ਆਪਾਂ ਕਹਿੰਦੇ ਹਾਂ ਪ੍ਰੋਡਿਊਸਰ, ਠੀਕ ਹੈ। ਉਸ ਤੋਂ ਬਾਅਦ ਆ ਜਾਊਗਾ ਡੀਕੰਪੋਜ਼ਰ, ਦ organism which decompose chemical complex organic compounds into simpler substances with the help of enzymes and absorb them from the surface of the body, ਉਹਨੂੰ ਆਪਾਂ ਕਹਿੰਦੇ ਹਾਂ ਡੀਕੰਪੋਜ਼ਰਸ। ਜਿਹੜਾ ਡੀਕੰਪੋਜ਼ ਕਰ ਦਿੰਦਾ ਵਾ ਸਾਰੀਆਂ ਚੀਜ਼ਾਂ ਨੂੰ, ਫੋਰ ਐਗਜ਼ਾਮਪਲ ਗੰਡੋਏ ਵਗੈਰਾ, ਤੇ ਉਹਨੂੰ ਆਪਾਂ ਕਹਿੰਦੇ ਡੀਕੰਪੋਜ਼ਰ। ਹਰਬੀਵੋਰਸ, ਜਿਹੜੇ ਪਲਾਂਟ ਖਾਂਦੇ ਆ। ਕਾਰਨੀਵੋਰਸ, ਜਿਹੜੇ ਕਿਸੇ ਦੀ ਫਲੈਸ਼ ਖਾਂਦੇ ਜਾਂ ਐਨੀਮਲਸ ਨੂੰ ਖਾਂਦੇ ਆ। ਓਮਨੀਵੋਰਸ, ਜਿਹੜੇ ਦੋਵੇਂ ਚੀਜ਼ਾਂ ਖਾ ਲੈਂਦੇ, ਪਲਾਂਟ ਵੀ ਖਾ ਲੈਂਦੇ, ਫਲੈਸ਼ ਵੀ ਖਾ ਲੈਂਦੇ, ਫੋਰ ਐਗਜ਼ਾਮਪਲ ਕਰੋ, ਠੀਕ ਹੈ। ਈਗਲ ਐਟਸੈਟਰਾ। ਉਸ ਤੋਂ ਬਾਅਦ ਦੇਖਦੇ ਹਾਂ ਮਲਟੀਪਲ ਚੋਇਸ ਕੁਐਸਚਨ। ਇਹਦੇ ਵਿੱਚੋਂ ਦੋ ਆਉਣੇ ਆ ਇੱਕ ਇੱਕ ਨੰਬਰ ਵਾਲੇ ਕੁਐਸਚਨ, ਠੀਕ ਹੈ। ਇੱਕ ਆਉਣਾ ਵਾ 2 ਨੰਬਰ ਵਾਲਾ ਕੁਐਸਚਨ, ਠੀਕ ਹੈ। ਸੋ which of the following groups can contain only biodegradable items, ਜਿਹੜਾ biodegradable items ਨੂੰ contain ਕਰਦਾ ਵਾ, that is A, C and D। grass, flower, leather। ਉਸ ਤੋਂ ਬਾਅਦ ਆ ਜਾਊਗਾ fruit, peel, cake, ਮਤਲਬ ਜਿਹੜੀ ਆ ਪਲਾਸਟਿਕ ਨੂੰ ਛੱਡ ਕੇ ਸਾਰੇ ਹੀ ਇਹਦੇ ਵਿੱਚੋਂ, ਠੀਕ ਹੈ। ਉਸ ਤੋਂ ਬਾਅਦ ਆ that is important 2023 ਦੇ ਵਿੱਚ, 2021 ਦੇ ਵਿੱਚ, 2020 ਦੇ ਵਿੱਚ ਆਇਆ ਸੀਗਾ। which of the following constitute food chain। food chain ਕਿਹਦੇ ਨਾਲ ਬਣਦੀ ਆ? ਸਭ ਤੋਂ ਪਹਿਲਾਂ ਜਿਹੜੀ ਗ੍ਰਾਸ ਆ ਉਹਨੂੰ ਕੌਣ ਖਾਂਦੀ ਹੈ? ਗੋਟ। ਗੋਟ ਨੂੰ ਕੌਣ ਖਾਂਦੇ? ਹਿਊਮਨ, ਠੀਕ ਹੈ। ਇਸ ਤਰ੍ਹਾਂ ਫੂਡ ਚੇਨ ਬਣਦੀ ਹੈ। ਉਸ ਤੋਂ ਬਾਅਦ ਆ ਵੀ ਕੁਐਸਚਨ ਇੰਪੋਰਟੈਂਟ ਆ, ਵਿਚ ਆਫ ਦ ਫੋਲੋਇੰਗ ਆਰ ਇਨਵਾਇਰਮੈਂਟ ਫਰੈਂਡਲੀ ਪ੍ਰੈਕਟਿਸਿਸ। ਇਨਵਾਇਰਮੈਂਟ ਫਰੈਂਡਲੀ ਪ੍ਰੈਕਟਿਸਿਸ ਕਿਹੜੀਆਂ ਵਾ? all of these carrying cloth bags, cloth ਦਾ ਬੈਗ ਲੈ ਕੇ ਜਾਓ। ਸਵਿਚਿੰਗ ਆਫ unnecessary ਲਾਈਟ, ਜਿਹੜੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਸਵਿਚ ਆਫ ਕਰ ਦਿਓ। walking to school instead of your mother drop, ਸਕੂਟਰ 'ਤੇ ਜਾਣ ਤੋਂ ਚੰਗਾ ਵੋਕ ਕਰਕੇ ਜਾਓ। all of these, ਠੀਕ ਹੈ। ਸੋ ਆ ਵੀ ਕੁਐਸਚਨ ਇੰਪੋਰਟੈਂਟ ਆ ਬਿਕੋਜ਼ 2021 ਦੇ ਵਿੱਚ ਪੁੱਛਿਆ ਗਿਆ ਸੀ। ਵਿਚ ਆਫ ਦ ਫੋਲੋਇੰਗ ਡਿਪਲੀਟਸ ਦਾ ਓਜ਼ੋਨ ਲੇਅਰ, ਨੂੰ ਕੌਣ ਡਿਪਲੀਟ ਕਰਦਾ ਵਾ? ਕਲੋਰੋਫਲੋਰੋਕਾਰਬਨ, CFCs, ਠੀਕ ਹੈ। ਉਸ ਤੋਂ ਬਾਅਦ ਵਿਚ ਆਫ ਦ ਫੋਲੋਇੰਗ ਇਜ਼ ਅ ਪ੍ਰੋਡਿਊਸਰ, ਇਹਨਾਂ ਵਿੱਚ ਪ੍ਰੋਡਿਊਸਰ ਕੌਣ ਆ? ਡੈਟ ਇਜ਼ ਮੈਂਗੋ। ਉਸ ਤੋਂ ਬਾਅਦ ਆ ਜਿਹੜੀ ਸਲਾਈਡ ਜਿਹੜੀ ਆ ਸਹੀ ਨਹੀਂ ਆ, ਬਟ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਜੇ ਐਂਡ ਦੈਨ ਸਕਰੀਨਸ਼ਾਟ ਲੈ ਕੇ ਤੁਸੀਂ ਖੁਦ ਬ ਖੁਦ ਜਿਹੜਾ ਵਾ ਰੀਡ ਕਰਨ ਦੀ ਕੋਸ਼ਿਸ਼ ਕਰ ਸਕਦੇ। ਦਿਸ ਪੇਜ ਇਜ਼ ਨੋਟ, ਥੋੜ੍ਹਾ ਗਲਤ ਹੋ ਗਿਆ। ਉਸ ਤੋਂ ਬਾਅਦ ਕੋਈ ਗੱਲ ਨਹੀਂ, ਆਪਾਂ ਅਗਲਾ ਪੇਜ ਕੱਢਨੇ ਆ। ਦ ਮੇਨ ਸੋਰਸ ਆਫ ਐਨਰਜੀ ਇਨ ਦਾ ਬਾਇਓਸਫੇਅਰ, ਐਨਰਜੀ ਦਾ ਮੇਨ ਸੋਰਸ ਕੀ ਹੈ ਬਾਇਓਸਫੇਅਰ ਦੇ ਵਿੱਚ? ਡੈਟ ਇਜ਼ ਸਨ। ਐਟਮੋਸਫੇਰਿਕ ਨਾਈਟ੍ਰੋਜਨ ਇਜ਼ ਨੋਟ ਫਿਕਸਡ ਬਾਏ, ਐਟਮੋਸਫੇਰਿਕ ਨਾਈਟ੍ਰੋਜਨ ਜਿਹੜੀ ਫਿਕਸ ਨਹੀਂ ਆ, ਆਗ ਨੇ ਦਿੱਤੀ ਹੈ, ਈ ਕੋਲੀ ਨੇ ਦਿੱਤੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਏਗੀ ਆਈ ਥਿੰਕ ਆ ਕੋਈ ਡੈਫੀਨੇਸ਼ਨ ਐਟਮੋਸਫੇਰਿਕ ਨਾਈਟ੍ਰੋਜਨ ਜਾਂ ਕੋਈ ਟਰਮ ਆ ਜਿਹੜੀ ਇਹਨੇ ਈ ਕੋਲੀ ਆ, ਕੋਈ ਸਾਇੰਟਿਸਟ ਆਈ ਥਿੰਕ ਇਹਨਾਂ ਨੇ ਦਿੱਤੀ ਹੈ। ਇੱਕ ਵਾਰੀ ਤੁਸੀਂ ਰੀਡ ਕਰ ਲਿਓ, ਠੀਕ ਹੈ। ਵਿਚ ਦ ਫੋਲੋਇੰਗ ਇਜ਼ ਐਨ ਆਰਟੀਫਿਸ਼ੀਅਲ ਈਕੋਸਿਸਟਮ, ਜਿਹੜਾ ਆਰਟੀਫਿਸ਼ੀਅਲ ਈਕੋਸਿਸਟਮ ਆ ਡੈਟ ਇਜ਼ ਗਾਰਡਨ। ਅਬਾਊਟ ਵਟ ਪਰਸੈਂਟੇਜ ਆਫ ਦ ਫੂਡ ਕੰਜ਼ਿਊਮਡ ਬਾਈ ਪ੍ਰਾਇਮਰੀ ਕੰਜ਼ਿਊਮਰਸ, ਕਿੰਨੇ ਪਰਸੈਂਟ ਜਾਂ ਫੂਡ ਹੈ ਪ੍ਰਾਇਮਰੀ ਕੰਜ਼ਿਊਮਰਸ ਦੁਆਰਾ ਕੰਜ਼ਿਊਮ ਕੀਤਾ ਜਾਂਦਾ? ਡੈਟ ਇਜ਼ 10%। ਵਿਚ ਆਫ ਦ ਫੋਲੋਇੰਗ ਇਜ਼ ਮਾਈਕਰੋ ਐਲੀਮੈਂਟ, ਮਾਈਕਰੋ ਐਲੀਮੈਂਟ ਕਿਹੜਾ ਵਾ? ਨਾਈਟ੍ਰੋਜਨ, ਮਤਲਬ ਘੱਟ ਮਾਤਰਾ ਦੇ ਵਿੱਚ ਹੁੰਦਾ ਵਾ। ਵਿਚ ਗੈਸ ਇਜ਼ ਫੋਰਮ ਫਰੋਮ ਆਕਸੀਜਨ ਮੋਲੀਕਿਊਲ ਡਿਊ ਟੂ ਦ ਇਫੈਕਟ ਆਫ ਅਲਟਰਾਵਾਇਲਟ ਰੇਡੀਏਸ਼ਨ ਐਟ ਹਾਈਅਰ ਲੈਵਲ, ਜਿਹੜੀ ਗੈਸ ਹੁੰਦੀ ਆ ਫੋਰਮ ਹੁੰਦੀ ਆਕਸੀਜਨ ਤੋਂ ਅਲਟਰਾਵਾਇਲਟ ਰੇਡੀਏਸ਼ਨ ਕਰਕੇ, ਓਜ਼ੋਨ।
ਉਸ ਤੋਂ ਬਾਅਦ ਆ ਵਿਚ ਦ ਫੋਲੋਇੰਗ ਇਜ਼ ਐਨ ਓਮਨੀਵੋਰਸ ਔਰਗੈਨਿਜ਼ਮ ਈਗਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵਿਚ ਦ ਫੋਲੋਇੰਗ ਆਰ ਐਗਜ਼ਾਮਪਲ ਆਫ ਏਬਾਇਓਟਿਕ ਫੈਕਟਰਸ ਮਤਲਬ ਨੋਨ ਲਿਵਿੰਗ ਥਿੰਗਸ ਦੇ ਕਿਹੜੇ ਕਿਹੜੇ ਫੈਕਟਰਸ ਆ ਟੈਂਪਰੇਚਰ ਵੀ ਆ ਸੋਇਲ ਵੀ ਆ ਰੇਨ ਵੀ ਆ ਸੋ ਆਲ ਆਫ ਦਾ ਅਬਵ ਵਿਚ ਦ ਫੋਲੋਇੰਗ ਏਬਾਇਓਟਿਕ ਮਤਲਬ ਜਿਹੜੇ ਜੀਂਦੇ ਜਾਗਦੇ ਨਹੀਂ ਹੈਗੇ ਠੀਕ ਹੈ ਵਿਚ ਟਾਈਪ ਆਫ ਕਾਨਫਰੰਸਿਸ ਆਰ ਆਰਗੇਨਾਈਜ਼ਡ ਟੂ ਡਿਸਕਸ ਦ ਪ੍ਰੋਬਲਮ ਆਫ ਇਨਵਾਇਰਮੈਂਟ ਰੈਗੂਲਰਲੀ ਕਿਹੜੀ ਕਾਨਫਰੰਸ ਲੱਗਦੀ ਹੈ ਇੰਟਰਨੈਸ਼ਨਲ ਨੋਨ ਬਾਇਓਡੀਗ੍ਰੇਡੇਬਲ ਸਬਸਟੈਂਸਿਸ ਕਿਹੜੇ ਕਿਹੜੇ ਆ ਇਨਰਟ ਕਿੱਦਾਂ ਦੇ ਹੁੰਦੇ ਆ ਆਪਣੇ ਕੋਲ ਇਨਰਟ ਹੁੰਦੇ ਐਕਟਿਵ ਨਹੀਂ ਹੁੰਦੇ ਨਿਊਟਰਲ ਨਹੀਂ ਹੁੰਦੇ ਇਨਰਟ ਹੁੰਦੇ ਆ ਫੋਰੈਸਟ ਪੌਂਡਸ ਐਂਡ ਲੇਕਸ ਆ ਟਾਈਪਸ ਆਫ ਜਿਹੜੇ ਫੋਰੈਸਟ ਪੌਂਡਸ ਤੇ ਲੇਕਸ ਆ ਉਹ ਕੀ ਟਾਈਪ ਆ ਈਕੋਸਿਸਟਮ ਦਾ ਟਾਈਪ ਆ ਔਨ ਵੋਮ all organisms are directly or indirectly dependent ਕਿੱਥੇ ਜਿਹੜੇ ਸਾਰੇ ਦੇ ਸਾਰੇ organism independently ਮਤਲਬ ਡਿਪੈਂਡੈਂਟ ਆ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਡਿਪੈਂਡੈਂਟ ਹੈਗੇ ਡੈਟ ਇਜ਼ ਪ੍ਰੋਡਿਊਸਰਸ ਠੀਕ ਹੈ ਉਸ ਤੋਂ ਬਾਅਦ ਆ ਵਟ ਪਰਸੈਂਟੇਜ ਆਫ ਸੋਲਰ ਐਨਰਜੀ ਟਰੈਪਡ ਬਾਈ ਪਲਾਂਟ ਚੇਂਜਸ ਇਨ ਫੂਡ ਐਨਰਜੀ 1% ਪਲਾਂਟ ਕਿੰਨੀ ਸੋਲਰ ਐਨਰਜੀ ਲੈਂਦੇ ਇਕੱਲੀ 1% ਐਟ ਵਟ ਟ੍ਰੋਫਿਕ ਲੈਵਲ ਇੱਕ ਮਿੰਟ ਐਟ ਵਟ ਟ੍ਰੋਫਿਕ ਲੈਵਲ ਐਨਰਜੀ ਆਲਮੋਸਟ ਫਿਨਿਸ਼ਿਸ ਜਿੱਥੇ ਆਣ ਕੇ ਐਨਰਜੀ ਸਾਰੀ ਦੀ ਸਾਰੀ ਫਿਨਿਸ਼ ਹੋ ਜਾਂਦੀ ਆ ਡੈਟ ਇਜ਼ 4 ਟ੍ਰੋਫਿਕ ਲੈਵਲ 'ਤੇ ਉਸ ਤੋਂ ਬਾਅਦ ਆ ਵਟ ਇਜ਼ ਦਾ ਪਾਥ ਆਫ ਡਾਇਰੈਕਸ਼ਨ ਆਫ ਫਲੋ ਆਫ ਐਨਰਜੀ ਕਿਸ ਤਰਫ ਐਨਰਜੀ ਫਲੋ ਹੁੰਦੀ ਹੈ ਯੂਨੀਡਾਇਰੈਕਸ਼ਨਲ ਹਾਊ ਮੈਨੀ ਐਟਮਸ ਆਫ ਆਕਸੀਜਨ ਕੰਬਾਈਨ ਟੂ ਫਾਰਮ ਓਜ਼ੋਨ ਕਿੱਦਾਂ ਹੁੰਦੀ ਆ O3 ਹੁੰਦੀ ਆ ਸੋ ਕਿੰਨੇ ਐਟਮਸ ਲੱਗਦੇ ਆਕਸੀਜਨ ਦੇ 3 ਬਾਇਓਟਿਕ ਐਂਡ ਏਬਾਇਓਟਿਕ ਕੰਪੋਨੈਂਟਸ ਆਰ ਰਿਲੇਟਡ ਟੂ ਕਿਸ ਦੇ ਨਾਲ ਰਿਲੇਟ ਕਰਦੇ ਇਨਵਾਇਰਮੈਂਟ ਦੇ ਨਾਲ ਮੇਨ ਸੋਰਸ ਆਫ ਵਾਟਰ ਪੋਲਿਊਸ਼ਨ ਦਾ ਮੇਨ ਸੋਰਸ ਕੀ ਆ ਡਿਟਰਜੈਂਟ ਵੀ ਆ ਐਕਸਕ੍ਰੀਟਾ ਪੈਸਟੀਸਾਈਡਸ ਵੀ ਆ ਆਲ ਆਫ ਦਾ ਅਬਵ ਆ ਜਾਏਗਾ ਠੀਕ ਹੈ ਪਾਰਟੀਕੂਲੇਟ ਪੋਲਿਊਟੈਂਟਸ ਕੀ ਕੋਸ ਕਰਦੇ ਆ ਆਪਣੇ ਕੋ ਪਾਰਟੀਕੂਲੇਟ ਪੋਲਿਊਟੈਂਟਸ ਕੈਂਸਰ ਤੱਕ ਕੋਸ ਕਰ ਸਕਦੇ ਆ ਵਿਚ ਦ ਫੋਲੋਇੰਗ ਇਜ਼ ਅ ਗਰੁੱਪ ਆਫ ਓਨਲੀ ਨੋਨ ਬਾਇਓਡੀਗ੍ਰੇਡੇਬਲ ਸਬਸਟੈਂਸਿਸ ਦਾ ਹੀ ਗਰੁੱਪ ਆ ਮਤਲਬ ਪਲਾਸਟਿਕ ਜਿਹੜੀ ਆਪਣੇ ਆਪ ਧਰਤੀ ਦੇ ਵਿੱਚ ਨਹੀਂ ਮਿਲਦੀਆਂ ਅਲੂਮੀਨੀਅਮ ਕੈਨ ਪਲਾਸਟਿਕ ਗਲਾਸ ਬੋਟਲ ਠੀਕ ਹੈ ਬਾਕੀ ਜਿਹੜਾ ਵਾ ਵੁੱਡ ਜਿਹੜੀ ਆ ਮਿਲ ਜਾਂਦੀ ਸੋ ਤਾਂ ਨਹੀਂ ਲੀਵਸ ਵੀ ਮਿਲ ਜਾਂਦੇ ਆ ਐਂਡ ਦੈਨ ਲੀਵਸ ਉਹੀ ਆ ਉਸ ਤੋਂ ਬਾਅਦ ਆ ਟਾਈਪ ਥਰਡ ਆ ਜੂਗੀ ਸੋ ਇਸ ਦੇ ਵਿੱਚੋਂ ਟਾਈਪ 2 ਆ ਸੋ ਆ ਵੀ ਜਿਹੜੇ ਇੰਪੋਰਟੈਂਟ ਕੁਐਸਚਨਸ ਆ ਹੁਣ ਆਪਾਂ MCQs ਕੀਤੇ ਹੁਣ ਇਹ 'ਚੋਂ ਕਰਾਂਗੇ ਕਿ 2 ਨੰਬਰ ਦਾ ਕੁਐਸਚਨ ਹੋਣਾ ਵਾ ਸੋ ਉਹਦੇ ਵਾਸਤੇ ਆ ਸਾਰੇ ਕੁਐਸਚਨਸ ਦੇਖ ਲੈਂਦੇ ਆ ਵਾਈ ਆਰ ਸਮ ਸਬਸਟੈਂਸਿਸ ਆਰ ਬਾਇਓਡੀਗ੍ਰੇਡੇਬਲ ਕਹਿੰਦੇ ਕਿ ਜਿਹੜੇ ਕਈ ਸਬਸਟੈਂਸਿਸ ਬਾਇਓਡੀਗ੍ਰੇਡੇਬਲ ਆ ਐਂਡ ਜਿਹੜੇ ਕਈ ਨੋਨ ਬਾਇਓਡੀਗ੍ਰੇਡੇਬਲ ਉਹਨਾਂ ਬਾਰੇ ਲਿਖਣਾ ਵਾ ਉਸ ਤੋਂ ਬਾਅਦ ਆ ਗਿਵਨ ਇਨ 2 ਵੇਜ਼ ਇਨ ਵਿਚ ਨੋਨ ਬਾਇਓਡੀਗ੍ਰੇਡੇਬਲ ਸਬਸਟੈਂਸਿਸ ਵੁੱਡ ਅਫੈਕਟ ਦ ਇਨਵਾਇਰਮੈਂਟ ਕਿੱਦਾਂ ਅਫੈਕਟ ਕਰ ਦਿੰਦੇ ਇਨਵਾਇਰਮੈਂਟ ਨੂੰ ਉਸ ਤੋਂ ਬਾਅਦ ਵਟ ਇਜ਼ ਦ ਰੋਲ ਆਫ ਡੀਕੰਪੋਜ਼ਰ ਡੈਟ ਇਜ਼ ਦ ਇੰਪੋਰਟੈਂਟ ਕੁਐਸਚਨ ਆ ਇੰਪੋਰਟੈਂਟ ਆ ਠੀਕ ਹੈ ਕਿਸ ਤਰ੍ਹਾਂ ਜਿਹੜੇ ਡੀਕੰਪੋਜ਼ਰ ਆ ਈਕੋਸਿਸਟਮ ਨੂੰ ਅਫੈਕਟ ਕਰਦੇ ਪਏ ਆ ਇੱਕ ਵਾਰੀ ਐਕਸਪਲੇਨ ਵੀ ਕਰ ਦਿੰਦੀ ਬਿਕੋਜ਼ ਇੰਪੋਰਟੈਂਟ ਆ ਇੰਪੋਰਟੈਂਟ ਰੋਲ ਪਲੇ ਕਰਦੇ ਆ ਮਾਈਕਰੋਸਕੋਪਿਕ ਸਚ ਐਸ ਬੈਕਟੀਰੀਆ ਸੈਪਰੋਫਾਈਟਸ ਫੰਜਾਈ ਸਕੈਵੈਂਸ ਡੈਡ ਆਰਗੈਨਿਕ ਰੈਸੀਡਿਊਜ਼ ਦੇ ਯੂਜ਼ ਡੈਡ ਬੋਡੀਜ਼ ਫॉर देयर ਫੂਡ ਡੈਡ ਬੋਡੀਜ਼ ਨੂੰ ਯੂਜ਼ ਕਰਦੇ ਆ ਆਪਣੇ ਖਾਣੇ ਵਾਸਤੇ ਕੰਪਲੈਕਸ ਨੂੰ ਸਿੰਪਲਰ 'ਚ ਤੋੜ ਦਿੰਦੇ ਆ ਪੀਲਸ ਆਫ ਫਰੂਟਸ ਵੈਜੀਟੇਬਲ ਰੋਟਨ ਫਰੂਟਸ ਨੂੰ ਸਾਰੇ ਡੀਕੰਪੋਜ਼ ਕਰ ਦਿੰਦੇ ਆ ਨੇਚਰ ਦੇ ਵਿੱਚ ਕੰਪਲੈਕਸ ਨੂੰ ਸਿੰਪਲ ਦੇ ਵਿੱਚ ਕਰ ਦਿੰਦੇ ਆ ਬਸ ਉਹੀ ਲਿਖਿਆ ਬਾਰ-ਬਾਰ ਤੇ ਸੋਇਲ ਦੇ ਵਿੱਚ ਮਿਕਸ ਕਰ ਦਿੰਦੇ ਆ ਹਾਊ ਕੈਨ ਯੂ ਹੈਲਪ ਇਨ ਰਿਡਿਊਸਿੰਗ ਦ ਪ੍ਰੋਬਲਮ ਆਫ ਵਾਟਰ ਡਿਸਪੋਜ਼ਲ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਜੇ 2 ਤਰੀਕੇ ਦੱਸਦੇ ਆ ਹੁਣ ਆਹ ਵਾਲਾ ਇੰਪੋਰਟੈਂਟ ਕੁਐਸਚਨ ਆ ਵਟ ਵਿਲ ਹੈਪਨ ਇਫ ਯੂ ਕਿਲ ਆਲ ਦ ਆਰਗੈਨਿਜ਼ਮ ਇਨ ਵਨ ਟ੍ਰੋਫਿਕ ਲੈਵਲ ਵਿੱਚ ਅਗਰ ਆਪਾਂ ਸਾਰਿਆਂ ਨੂੰ ਖਤਮ ਕਰਦੇ ਦੈਨ ਕੀ ਹੋਏਗਾ define environment name its major component what is an environment how many parts does it have so ਆਹ ਵਾਲਾ ਇੰਪੋਰਟੈਂਟ ਆ ਡਿਫਰੈਂਸ਼ੀਏਟ ਬਿਟਵੀਨ ਬਾਇਓਡੀਗ੍ਰੇਡੇਬਲ ਉਹੀ ਬਾਇਓਡੀਗ੍ਰੇਡੇਬਲ ਤੇ ਨੋਨ ਬਾਇਓਡੀਗ੍ਰੇਡੇਬਲ ਬਾਰ-ਬਾਰ ਪੁੱਛਿਆ ਗਿਆ ਵਾ ਵਟ ਆਰ ਡੀਕੰਪੋਜ਼ਰਸ ਵਟ ਇਜ਼ ਦਾ ਰੋਲ ਆਫ ਡੀਕੰਪੋਜ਼ਰ ਇਨ ਦਾ ਬਾਇਓਸਫੀਅਰ ਡੀਕੰਪੋਜ਼ਰਸ ਕੀ ਹੁੰਦੇ ਨੇ ਤੇ ਇਹਨਾਂ ਦਾ ਜਿਹੜਾ ਰੋਲ ਆ ਉਹ ਕੀ ਆ ਰਾਈਟ ਟੂ ਪ੍ਰੋਬਲਮਸ ਕੋਸਡ ਬਾਈ ਨੋਨ ਬਾਇਓਡੀਗ੍ਰੇਡੇਬਲ ਵੇਸਟ ਡੈਟ ਵੀ ਜਨਰੇਟ ਕਿਹੜੇ ਕਿਹੜੇ 2 ਪ੍ਰੋਬਲਮਸ ਹੋ ਸਕਦੀਆਂ ਉਹ ਲਿਖਣਾ ਇੰਪੋਰਟੈਂਟ ਕੁਐਸਚਨ ਆ 2025 ਦੇ ਵਿੱਚ ਆਇਆ ਵਾ ਮੋਡਲ ਦੇ ਵਿੱਚ ਵੀ ਤੇ ਬੋਰਡ ਦੇ ਪੇਪਰ 'ਚ ਵੀ ਆਇਆ ਵਾ ਸੋ ਵਟ ਇਜ਼ ਬਾਇਓਡੀਗ੍ਰੇਡੇਬਲ ਮਟੀਰੀਅਲ ਆ ਵੀ ਜਿਹੜਾ ਵਾ ਇੰਪੋਰਟੈਂਟ ਕੁਐਸਚਨ ਐਜ਼ ਵੈਲ ਆ 2017 ਦੇ ਵਿੱਚ ਆਇਆ ਸੀਗਾ ਸੋ ਡਿਫਾਈਨ ਟ੍ਰੋਫਿਕ ਲੈਵਲ ਲਾਸਟ ਈਅਰ ਰਿਪੀਟ ਹੋਇਆ ਵਾ ਸੋ ਇੰਪੋਰਟੈਂਟ ਆ ਵਟ ਇਜ਼ ਬਾਇਓਲੋਜੀਕਲ ਮੈਗਨੀਫਿਕੇਸ਼ਨ 2023 ਦੇ ਵਿੱਚ ਆਇਆ ਸੀਗਾ ਵਾਈ ਇਜ਼ ਡੈਮੇਜ ਟੂ ਓਜ਼ੋਨ ਲੇਅਰ ਆ ਕੋਜ਼ ਆਫ ਕੰਸਰਨ ਇੰਪੋਰਟੈਂਟ ਆ ਪਿਛਲੇ 2 ਸਾਲਾਂ ਤੋਂ ਰਿਪੀਟ ਹੁੰਦਾ ਪਿਆ ਵਾਲਾ ਕੁਐਸਚਨ
ਉਸ ਤੋਂ ਬਾਅਦ ਹੈ ਡਿਫਰੈਂਸ਼ੀਏਟ ਬਿਟਵੀਨ ਫੂਡ ਚੇਨ ਐਂਡ ਫੂਡ ਵੈਬ ਦੇ ਵਿੱਚ ਜਿਹੜਾ ਵਾ ਡਿਫਰੈਂਸ਼ੀਏਟ ਕਰਨਾ ਵਾ ਫੂਡ ਕੀ ਹੈ 2024 ਦੇ ਵਿੱਚ ਆਇਆ ਸੀਗਾ ਸੋ ਇੰਪੋਰਟੈਂਟ ਆ ਫੂਡ ਚੇਨ ਤੇ ਫੂਡ ਵੈਬ ਦੇ ਵਿੱਚ ਡਿਫਰੈਂਸ਼ੀਏਟ ਕੀਤਾ। ਉਸ ਤੋਂ ਬਾਅਦ ਇਸੇ ਦੇ ਨਾਲ ਸਾਡੀ ਸਾਰੀ ਦੀ ਸਾਰੀ ਬਾਇਓਲੋਜੀ ਜਿਹੜੀ ਆ ਸਹੀ ਤਰ੍ਹਾਂ ਕੰਪਲੀਟ ਹੋ ਗਈ ਆ। ਸੋ ਥੈਂਕ ਯੂ ਸੋ ਮਚ।